तमाम देखने सुनने और चाहने वालों को सलाम, नमस्ते और आदाब और बहुत बहुत शुक्रिया। मैं आपका मेजबान डॉक्टर संजय कुमार एक बार फिर से आपके साथ एक और बेहतरीन हस्ती, एक और ग्रेट पर्सनालिटी, एक और बेहतरीन इंसान और नए मेहमान के साथ आया हूँ। जैसे कि आपको पता है, हम हर रोज नए मेहमान से कुछ न कुछ नया सीखते हैं, कुछ ना कुछ नया सीखने की कोशिश करते हैं। तो आज भी इंशाल्लाह हमारे इस बेहतरीन मेहमान से कुछ नया सीखेंगे। सबसे पहले हम हमारे आज के मेहमान को वेलकम करते हैं। जगतार सिंह सर, कैसे हो, कैसी तबीयत है? वेलकम टू आवर शो। जी जी, सब तो पहला मेरे ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, अस्सलाम वालेकुम। ਜਿੱਥੇ ਜਿੱਥੇ ਵੀ ਮੇਰਾ ਪ੍ਰੋਗਰਾਮ ਦੇਖਿਆ ਜਾ ਰਿਹਾ ਔਰ ਸਾਰਿਆਂ ਨੂੰ ਜੀ ਆਇਆਂ ਔਰ ਨਮਸਕਾਰ ਤੁਹਾਨੂੰ ਵੀ। ਔਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ। ਔਰ ਸਾਡੇ ਸਾਰੇ ਦੇਖਣ ਵਾਲਿਆਂ ਨੂੰ, ਦਰਸ਼ਕਾਂ ਨੂੰ ਔਰ ਸੁਣਨ ਵਾਲਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ, ਕਿਉਂਕਿ ਹਾਲੇ ਫਿਲਹਾਲ ਕੁਝ ਦਿਨ ਹੋਏ ਨੇ ਨਵਾਂ ਸਾਲ ਚੜਿਆ। ਔਰ ਸਾਰਿਆਂ ਦੇ ਵਾਸਤੇ ਬਹੁਤ ਬਹੁਤ ਖੁਸ਼ੀਆਂ ਭਰਿਆ ਰੱਬ ਲੈ ਕੇ ਆਵੇ। ਔਰ ਇਹ ਜਿਹੜੀ ਵਾਇਰਸ ਫਿਲਹਾਲ ਚੱਲ ਰਹੀ ਹੈ, ਇਹਦੇ ਤੋਂ ਸਾਨੂੰ ਸਾਰਿਆਂ ਨੂੰ ਛੁਟਕਾਰਾ ਮਿਲੇ। जी बहुत बहुत शुक्रिया। आपने हमारे लिए, हमारे व्यूअर्स के लिए अपने बिजी स्केड्यूल से टाइम निकाला। हम तहे दिल से आपके शुक्रगुजार हैं, तहे दिल से आपके मशकूर हैं और बड़े दिल से आपके शुक्रगुजार हैं। जैसे कि नाज़रीन, हमारे साथ आज जो मेहमान है, इनका नाम जगतार सिंह है। इनका ताल्लुक पटियाला इंडिया से है। जगतार सिंह शहरी करंटली ये जो रह रहे हैं मैनचेस्टर यूके में, यूनाइटेड किंगडम में। ये एक टीवी ये एक्टर हैं, राइटर हैं, सिंगर हैं, मल्टी टैलेंटेड हैं, रेडियो प्रेजेंटर हैं, होस्ट हैं और बहुत सारी खूबियां इनमें। आइए मजीद जगतार सिंह कौन है, क्या है, आइए इनकी जुबानी सुनते हैं। ओवर टू यू सर। ਜੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ। ਔਰ ਰੱਬ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ ਜੀ। ਵੈਸੇ ਮੈਂ ਤੇ ਕੋਈ ਐਡਾ ਵੱਡਾ ਆਰਟਿਸਟ ਨਹੀਂ, ਲੇਕਿਨ ਫਿਰ ਵੀ ਇਹ ਤੁਹਾਡੀਆਂ ਨਜ਼ਰਾਂ ਨੇ ਔਰ ਤੁਹਾਡਾ ਪਿਆਰ ਹੈ ਔਰ ਸਾਰੇ ਪਬਲਿਕ ਦਾ ਪਿਆਰ ਹੈ ਔਰ ਸਾਡੇ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਪਿਆਰ ਹੈ। ਔਰ ਕਿਉਂਕਿ ਮੈਂ ਜੋ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੈਸੇ ਕੀਤੀ ਸੀ ਇੱਥੇ ਜਦੋਂ ਮੈਂ ਆਇਆ, ਯਾਨੀ ਕਿ 1982 ਦੇ ਵਿੱਚ ਮੈਂ ਯੂਕੇ ਇੰਗਲੈਂਡ ਪਹੁੰਚਿਆ ਔਰ ਇੱਥੇ ਆ ਕੇ ਮੈਂ ਸ਼ੁਰੂਆਤ ਕੀਤੀ ਆਪਣੇ ਸਾਰੇ ਕਰੀਅਰ ਤੇ। ਔਰ ਇੱਥੇ ਆ ਕੇ ਮੈਨੂੰ ਚਾਂਸ ਲੱਗਿਆ ਕਿ ਮੈਂ ਕੁਛ ਨਾ ਕੁਛ ਕਰ ਸਕਾਂ, ਆਪਣੇ ਸ਼ੌਕ ਵੀ ਨਾਲ ਦੀ ਨਾਲ ਮੈਂ ਪੂਰੇ ਕਰ ਸਕਾਂ। ਔਰ ਇਸ ਕਰਕੇ ਇੱਥੇ ਆ ਕੇ ਮੈਂ ਜਿਹੜਾ ਸਭ ਤੋਂ ਪਹਿਲਾਂ ਮੈਂ ਰੇਡੀਓ ਮੈਂ ਸ਼ੁਰੂ ਕੀਤਾ, ਕਿਉਂਕਿ ਇੱਥੇ ਇੱਕ ਰੇਡੀਓ ਹੋਇਆ ਕਰਦਾ ਸੀ। ਉਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਰੇਡੀਓ ਹੋਇਆ ਕਰਦੇ ਸੀ ਤੇ ਸਾਡੇ ਯਾਨੀ ਕਿ ਏਸ਼ੀਅਨ ਰੇਡੀਓ ਤੋਂ ਬਹੁਤ ਘੱਟ ਸੀਗੇ। ਤੇ ਇੱਥੇ ਉੱਥੇ ਸਾਨੂੰ ਇੱਕ ਯਾਨੀ ਕਿ 1.5 ਘੰਟਾ ਮਿਲਦਾ ਸੀ, ਜਿੱਥੇ ਅਸੀਂ ਆਪਣਾ ਪ੍ਰੋਗਰਾਮ ਅਸੀਂ ਬ੍ਰੌਡਕਾਸਟ ਕਰ ਸਕਦੇ ਸੀਗੇ। ਯਾਨੀ ਕਿ ਉੱਥੇ ਉਹਨਾਂ ਦਿਨਾਂ ਦੇ ਵਿੱਚ ਉੱਥੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ ਤੇ ਮੈਂ ਸੁਣਿਆ ਕਰਦਾ ਸੀ ਰੇਡੀਓ ਨੂੰ। ਔਰ ਇੱਕ ਵਾਰੀ ਉਹਨਾਂ ਨੇ ਅਨਾਉਂਸ ਕੀਤਾ ਕਿ ਸਾਨੂੰ ਪ੍ਰੈਜ਼ੈਂਟਰਸ ਦੀ ਜ਼ਰੂਰਤ ਹੈ ਤੇ ਕਹਿੰਦੇ ਸਾਨੂੰ ਚਿੱਠੀ ਲਿਖ ਕੇ ਭੇਜੋ, ਜੇਕਰ ਤੁਸੀਂ ਇੰਟਰਸਟਡ ਹੋ। ਤਾਂ ਮੈਂ ਅਚਾਨਕ ਚਿੱਠੀ ਲਿਖ ਕੇ ਭੇਜ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵੱਲੋਂ ਇੱਕ ਟੇਪ ਭਰ ਕੇ ਸਾਨੂੰ ਭੇਜੋ ਜਿਹਦੇ 'ਚ ਤੁਹਾਡੀ ਆਵਾਜ਼ ਅਸੀਂ ਦੇਖ ਸਕੀਏ। ਤੇ ਉਹ ਮੈਂ ਚਲੋ ਟੇਪ ਭਰ ਕੇ ਮੈਂ ਭੇਜ ਦਿੱਤੀ ਤੇ ਉਹਨਾਂ ਨੂੰ ਅੱਛੀ ਲੱਗੀ ਆਵਾਜ਼। ਉਹਨਾਂ ਨੇ ਮੈਨੂੰ ਬੁਲਾਇਆ ਔਰ ਕਹਿਣ ਲੱਗੇ ਜੀ ਤੁਸੀਂ ਸਾਡੇ ਨਾਲ ਆਓ ਔਰ ਆਪਾਂ ਪ੍ਰੋਗਰਾਮ ਇਕੱਠਾ ਬੈਠ ਕੇ ਪਹਿਲਾਂ ਕਰੀਏ ਔਰ ਫਿਰ ਇਸ ਤੋਂ ਬਾਅਦ ਆਪਾਂ ਦੇਖਾਂਗੇ। ਤੇ ਉਹ ਅਸੀਂ ਗਏ, ਪ੍ਰੋਗਰਾਮ ਪਹਿਲਾਂ ਕੀਤਾ ਔਰ ਉਹਨਾਂ ਨੂੰ ਅੱਛਾ ਲੱਗਿਆ। ਉਸ ਤੋਂ ਬਾਅਦ ਫਿਰ ਕਹਿੰਦੇ ਜੀ ਹੁਣ ਤੁਸੀਂ ਰੈਗੂਲਰ ਸਾਡੇ ਪਾਸੇ ਪ੍ਰੋਗਰਾਮ ਕਰਿਆ ਕਰੋ। ਫਿਰ ਇਸ ਕਰਕੇ ਫਿਰ ਉਸ ਦਿਨ ਤੋਂ ਫਿਰ ਮੇਰੇ ਰੇਡੀਓ ਦੀ ਦਾ ਜਿਹੜਾ ਰੇਡੀਓ ਦਾ सफर से शुरू होया दोस्तों। तो उस दिन तो जी जगतार सिंह, बहुत बहुत शुक्रिया। आपने अपने बारे में बताया कि आपका रेडियो का सफर कैसे शुरू हुआ हमारे व्यूअर के साथ। मैं आपसे गुजारिश करूंगा, एक सवाल भी पूछूंगा जी जी कि आपने अपने लाइफ में जो लाइफ की स्टोरी है, जो स्ट्रगल आपने की इंडिया से लेके यूके तक, फिर आपने रेडियो से टीवी, टीवी से राइटर, फिर एक्टर और बहुत सारे आप मल्टी टैलेंटेड है, जो जो काम किए हैं, जो जो स्ट्रगल आपने किए। क्योंकि हम हमारे गेस्ट के स्ट्रगल से, उनकी लाइफ स्टोरी से सीखते हैं कैसे उन्होंने जदोजहद जारी रखी, स्ट्रगल जारी रखी। तो आप हमारे व्यूअर के साथ शेयर करें अपनी लाइफ स्ट्रगल। और जी स्ट्रगल मैं सब तो पहला मैं ਤੁਹਾਡੇ ਕੋਲ ਮਾਫੀ ਚਾਹਾਂਗਾ ਕਿਉਂਕਿ ਮੈਂ ਪੰਜਾਬੀ ਮੈਂ ਹੋਣ ਦੇ ਨਾਤੇ ਮੈਂ ਪੰਜਾਬੀ नहीं अच्छा बोलते हैं।
और लेकिन ऐसी बात नहीं है, लेकिन मैं बोल तो सकता हूँ, हिंदी भी बोल सकता हूँ, उर्दू बोल सकता हूँ, पंजाबी बोल सकता हूँ, लेकिन क्या है कि पंजाबी होने के नाते मैं पंजाबी बोलनी पसंद करूंगा, इसीलिए ये सबसे अच्छी पहले बात है, मैं क्षमा जबरदस्त। चाहूंगा आपसे। हाँ जी। और हाँ जी, जी फिर जी जी। सर, आप और अपने रेडियो, लाइफ। जी जी। आवाज मेरा ख्याल थोड़ा ਜਿਹਾ ਕੋਈ ਨੈਟਵਰਕ ਦਾ ਪ੍ਰੋਬਲਮ ਆ ਰਿਹਾ, ਤੁਹਾਡੀ ਆਵਾਜ਼ ਮੇਰੇ ਤੱਕ ਬਹੁਤ ਕੱਟ ਕੱਟ ਕੇ ਆ ਰਹੀ ਹੈ, और इस जी करके जी, बिल्कुल बिल्कुल। सर, मैंने आपसे पूछा कि आप अपने लाइफ स्ट्रगल, लाइफ की जो स्ट्रगल है, जो जर्नी है, आपने इंडिया इंडिया में आपने बचपन से इंडिया में जो स्ट्रगल फेस की, फिर आप इतने बड़े एंकर हो गए, होस्ट हो गए, एक्टर बन गए, राइटर बन गए। ये सारी जर्नी आपने कैसे तय की, और कैसे जो जो स्ट्रगल आपने फेस की, वो हमारे व्यूअर्स के साथ शेयर करें। ਜੀ ਜੀ। ਔਰ ਸਭ ਤੋਂ ਪਹਿਲਾਂ जी ਜਦੋਂ ਮੈਂ ਇੰਡੀਆ ਦੇ ਵਿੱਚ ਸੀ, ਉੱਥੇ ਤੇ ਤੁਹਾਨੂੰ ਪਤਾ ਕਿ ਇੰਨਾ ਜ਼ਿਆਦਾ ਮੇਰੇ ਕੋਲ ਵਕਤ ਨਹੀਂ ਸੀ, ਸਿਰਫ ਉੱਥੋਂ ਸਕੂਲ ਚਲੇ ਜਾਣਾ ਜਾਂ ਕਾਲਜ ਚਲੇ ਜਾਣਾ ਤੇ ਘਰ ਵਾਪਿਸ ਆ ਜਾਣਾ, ਤੇ ਇੰਨਾ ਜ਼ਿਆਦਾ ਉੱਥੇ ਤੇ ਸਟਰਗਲ, ਯਾਨੀ ਕਿ ਹਾਲੇ ਤੱਕ ਜ਼ਰੂਰਤ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪਈ ਸੀ, ਕਿਉਂਕਿ ਸਿਰਫ ਪੜ੍ਹਾਈ ਵੱਲ ਧਿਆਨ ਸੀ। ਔਰ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਯੂਕੇ ਪਹੁੰਚਿਆ ਤਾਂ ਇੱਥੇ ਆ ਕੇ ਫਿਰ ਇਹ ਕਹਿ ਲਓ ਕਿ ਸਟਰਗਲ ਸ਼ੁਰੂ ਹੋਈ, ਕਿ ਪਹਿਲਾਂ ਤਾਂ ਆਉਂਦੇ ਸਾਰ ਸਭ ਤੋਂ ਪਹਿਲੀ ਜਿਹੜੀ ਸਟਰਗਲ ਸੀਗੀ ਕਿ ਅੱਛੀ ਤਰ੍ਹਾਂ, ਯਾਨੀ ਕਿ ਚੰਗੀ ਤਰ੍ਹਾਂ ਇੰਗਲਿਸ਼ ਨਹੀਂ ਬੋਲ ਸਕਦੇ ਸੀਗੇ, ਇੰਗਲਿਸ਼ ਦੀ ਪ੍ਰੋਬਲਮ ਸੀਗੀ। ਫਿਰ ਇੱਥੇ ਆ ਕੇ ਮੈਂ ਕਲਾਸਾਂ ਅਟੈਂਡ ਕੀਤੀਆਂ, ਈਵਨਿੰਗ ਦੀਆਂ ਕਲਾਸਿਸ ਅਟੈਂਡ ਕੀਤੀਆਂ। ਉਸ ਤੋਂ ਬਾਅਦ ਮੈਂ ਜਿਹੜਾ ਨੌਕਰੀਆਂ ਵਾਸਤੇ ਵੀ ਅਪਲਾਈ ਕੀਤਾ, ਕਾਫੀ ਸਾਰੀਆਂ ਬਹੁਤ ਸਾਰੀਆਂ ਜੌਬਾਂ ਵਾਸਤੇ ਅਪਲਾਈ ਕੀਤਾ, ਲੇਕਿਨ ਕਿਧਰੇ ਵੀ ਯਾਨੀ ਕਿ ਕੰਮ ਬਣਦਾ ਨਜ਼ਰ ਨਹੀਂ ਆਉਂਦਾ ਸੀ। ਫਿਰ ਵੀ ਇੱਕ ਮੈਂ ਆਉਂਦਿਆਂ ਸਾਰ ਮੈਂ ਇੱਕ ਫੈਕਟਰੀ ਦੇ ਵਿੱਚ ਸ਼ੁਰੂਆਤ ਕੀਤੀ ਆਪਣੀ ਇੱਕ ਕੰਮ ਕਰਨ ਦੀ, ਔਰ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਵੀ ਯਾਨੀ ਕਿ ਮੈਨੂੰ ਕੋਈ ਤਜਰਬਾ ਨਹੀਂ ਸੀ ਕਿਸੇ ਕੰਮ ਦਾ, ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਜਿਵੇਂ ਕਹਿ ਲਈ ਕਿ ਆਪਣੇ ਇੱਕ ਪਾਉਂਡ ਘੰਟੇ ਦੇ ਹਿਸਾਬ ਨਾਲ, ਯਾਨੀ ਕਿ ਇੱਕ ਜਿਹੜੇ ਨਵੇਂ ਬੱਚੇ ਹੁੰਦੇ ਸੀ ਨਾ ਆਪਣੇ ਸਕੂਲ ਚ, ਲੀਵਰ ਜਿਹੜੇ ਹੁੰਦੇ ਸੀ ਸਕੂਲ ਜਿਹਨਾਂ ਨੇ ਛੱਡਿਆ ਹੁੰਦਾ ਸੀ, ਉਹਨਾਂ ਨੂੰ ਇੱਕ ਪਾਉਂਡ ਘੰਟੇ ਦਾ ਦਿੰਦੇ ਸੀਗੇ ਜੇਕਰ ਕਿਧਰੇ ਕੰਮ ਕਰਦੇ ਸੀ ਤਾਂ। ਤੇ ਮੈਨੂੰ ਤਜਰਬਾ ਨਾ ਹੋਣ ਕਰਕੇ, ਮੈਨੂੰ ਮਜਬੂਰੀ ਕਰਕੇ ਸਿਰਫ 50 ਪੈਂਸ, ਯਾਨੀ ਕਿ 50 ਪੈਨੀ ਘੰਟੇ ਦੇ ਹਿਸਾਬ ਨਾਲ ਮੈਨੂੰ ਕੰਮ ਕਰਨਾ ਪਿਆ। ਸ਼ੁਰੂਆਤ ਮੇਰੀ ਇਸ ਤਰ੍ਹਾਂ ਹੋਈ, ਔਰ ਫਿਰ ਉੱਥੋਂ ਇਸ ਤਰ੍ਹਾਂ ਕਰਦੇ ਕਰਦੇ ਫਿਰ ਦੂਸਰੀ ਇੱਕ ਹੋਰ ਫੈਕਟਰੀ ਸੀ, ਉੱਥੇ ਫਿਰ ਮੈਂ ਚਲਿਆ ਗਿਆ, ਔਰ ਉਹ ਕਹਿੰਦਾ ਜੀ ਮੈਂ ਤੁਹਾਨੂੰ ਇੱਕ ਪਾਉਂਡ ਘੰਟੇ ਦਾ ਦਿਆਂਗਾ। ਇਸ ਤਰ੍ਹਾਂ ਕਰਕੇ ਸ਼ੁਰੂਆਤ ਹੋਈ ਤੋਂ ਜ਼ਿੰਦਗੀ ਦੀ ਕੰਮ ਦੀ। ਫਿਰ ਨਾਲ ਦੀ ਨਾਲ ਮੈਂ ਕਲਾਸਾਂ ਵੀ ਅਟੈਂਡ ਕਰਦਾ ਰਿਹਾ, ਔਰ ਇਸ ਕਰਕੇ ਮੈਂ ਕਾਫੀ ਸਾਰੀਆਂ ਜੌਬਾਂ ਵਾਸਤੇ ਅਪਲਾਈ ਕੀਤਾ। ਫਿਰ ਕਰਦੇ ਕਰਾਉਂਦੇ ਅਚਾਨਕ ਮੈਨੂੰ ਇਹ ਗਵਰਨਮੈਂਟ ਦੀ ਜੌਬ ਮੈਨੂੰ ਮਿਲ ਗਈ ਜੀ, ਤਿੰਨ ਸਾਲ ਬਾਅਦ। ਤੇ ਗਵਰਨਮੈਂਟ ਦੀ ਜੌਬ ਮੈਂ ਫਿਲਹਾਲ ਮੈਂ ਅਜੇ ਤੱਕ ਮੈਂ ਜੌਬ ਮੈਂ ਕਰ ਰਿਹਾ ਉਦੋਂ ਦੀ। ਤੇ ਇਹਦੇ ਨਾਲ ਦੀ ਨਾਲ ਮੈਂ ਆਪਣੇ ਜਿਹੜਾ ਮੀਡੀਆ ਦਾ ਸਫ਼ਰ ਵੀ ਮੈਂ ਜਾਰੀ ਰੱਖਿਆ। ਜਿਵੇਂ ਤੁਹਾਨੂੰ ਮੈਂ ਰੇਡੀਓ ਦੇ ਬਾਰੇ ਮੈਂ ਦੱਸ ਹੀ ਦਿੱਤਾ ਸੀ ਕਿ ਰੇਡੀਓ ਦਾ ਸਫ਼ਰ ਮੈਂ ਕਿਵੇਂ ਸ਼ੁਰੂ ਕੀਤਾ। ਫਿਰ ਉਸੇ ਰੇਡੀਓ ਦਾ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ, ਉੱਥੇ ਸਾਡੇ ਕੁਝ ਸੇਲਜ਼ਮੈਨ ਹੁੰਦੇ ਸੀਗੇ, ਔਰ ਉਹਨਾਂ ਨੇ ਆਪਣੇ ਲਾਇਸੈਂਸ ਵਾਸਤੇ ਅਪਲਾਈ ਕੀਤਾ ਤੇ ਉਹਨਾਂ ਨੂੰ ਲਾਇਸੈਂਸ ਮਿਲ ਗਿਆ, ਤੇ ਪੂਰਾ ਫੁੱਲ ਟਾਈਮ ਰੇਡੀਓ ਯਾਨੀ ਕਿ ਉਹਨਾਂ ਨੇ ਸ਼ੁਰੂ ਕਰ ਲਿਆ ਸਾਡੇ ਮੈਨਚੈਸਟਰ ਦੇ ਵਿੱਚ। ਉੱਥੋਂ ਫਿਰ ਉੱਥੇ ਮੇਰਾ ਪ੍ਰੋਗਰਾਮ ਹੋਇਆ ਕਰਦਾ ਸੀਗਾ, ਯਾਨੀ ਕਿ ਮੈਂ ਪੰਜਾਬੀ ਦਾ ਪ੍ਰੋਗਰਾਮ ਕਰਿਆ ਕਰਦਾ ਸੀ, 4 ਘੰਟੇ ਦਾ ਭੰਗੜੇ ਦਾ ਪ੍ਰੋਗਰਾਮ ਹੁੰਦਾ ਸੀਗਾ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਥੇ ਮੈਂ ਪ੍ਰੋਗਰਾਮ ਫਿਰ ਮੈਂ ਕੀਤੇ, ਇੰਗਲਿਸ਼ ਦੇ ਵਿੱਚ ਵੀ ਮੈਂ ਪ੍ਰੋਗਰਾਮ ਕੀਤੇ, ਆਪਣੇ ਹਿੰਦੀ ਦੇ ਵਿੱਚ ਵੀ, ਉਰਦੂ ਲਾ ਲਓ, ਔਰ ਪੰਜਾਬੀ ਦੇ ਵਿੱਚ, ਔਰ ਯਾਨੀ ਕਿ ਕਾਫੀ ਸਾਰੇ ਵੱਖਰੀਆਂ ਜ਼ੁਬਾਨਾਂ ਦੇ ਵਿੱਚ ਮੈਂ ਉੱਥੇ ਪ੍ਰੋਗਰਾਮ ਕਰਿਆ ਕਰਦਾ ਸੀ। ਔਰ ਵੈਸੇ ਬੜਾ ਮਜ਼ਾ ਆਉਂਦਾ ਸੀਗਾ ਜੀ, ਬਹੁਤ ਯਾਨੀ ਕਿ ਚੰਗਾ ਲੱਗਦਾ ਸੀ। ਬਹੁਤ ਪਿਆਰ ਮਿਲਦਾ ਸੀ ਉਹਨਾਂ ਦਿਨਾਂ ਦੇ ਵਿੱਚ। ਰੇਡੀਓ ਵੀ ਬਹੁਤ ਘੱਟ ਹੁੰਦੇ ਸੀ, ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਟੀਵੀ ਤਾਂ ਯਾਨੀ ਕਿ ਬਹੁਤ ਦੂਰ ਦੀ ਗੱਲ ਸੀ, ਕਿ ਟੀਵੀ ਤਾਂ ਬਿਲਕੁਲ ਹੀ ਨਹੀਂ ਸੀ ਹੁੰਦਾ, ਲੇਕਿਨ ਜਿਹੜੇ ਰੇਡੀਓ ਜਿਹੜੇ ਬਹੁਤ ਚੱਲਦੇ ਸੀ, ਔਰ ਲੋਕ ਬਹੁਤ ਪਿਆਰ ਦੇ ਨਾਲ ਸੁਣਿਆ ਕਰਦੇ ਸੀ। ਫਿਰ ਉੱਥੋਂ ਮੇਰੀ ਜਾਣ ਪਹਿਚਾਣ ਹੋਈ, ਯਾਨੀ ਕਿ ਆਪਣੇ ਮੀਡੀਆ ਦੀ ਦੁਨੀਆ ਦੇ ਵਿੱਚ। ਉੱਥੋਂ ਮੈਂ ਸ਼ੁਰੂਆਤ ਕੀਤੀ ਮੀਡੀਆ ਦਾ, ਤੇ ਉਸ ਤੋਂ ਇਲਾਵਾ ਫਿਰ ਕੁਝ ਸਾਲਾਂ ਬਾਅਦ ਇੱਕ ਟੀਵੀ ਸ਼ੁਰੂ ਹੋਇਆ, ਜਿਹੜਾ ਕਿ DMTV ਸੀ ਸਾਡੇ ਇੱਥੇ ਮੈਨਚੈਸਟਰ ਦੇ ਵਿੱਚ, ਸਕਾਈ ਟੀਵੀ ਤੇ। ਔਰ ਉੱਥੇ ਉਹਨਾਂ ਨੇ ਇੱਕ ਦਿਨ ਮੈਨੂੰ, ਕਿਉਂਕਿ ਮੈਨੂੰ ਸ਼ੌਕ ਸ਼ੁਰੂ ਤੋਂ ਸੀ ਆਪਣੇ ਮਿਊਜ਼ਿਕ ਦਾ, ਔਰ ਅਸੀਂ ਪ੍ਰੋਗਰਾਮ ਕਰਿਆ ਕਰਦੇ ਸੀ, ਤਾਂ ਉਹਨਾਂ ਨੂੰ ਪਤਾ ਸੀ ਕਿ ਮੈਂ ਮਿਊਜ਼ਿਕ ਵੀ ਕਰਦਾ, ਔਰ ਉਹਨਾਂ ਨੇ ਆਪਣੇ ਸ਼ੋਅ ਦੇ ਵਿੱਚ ਬੁਲਾਇਆ, ਕਹਿੰਦੇ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਓ। ਜਿਵੇਂ ਮੈਂ ਹੁਣ ਤੁਹਾਡੇ ਸ਼ੋਅ ਦੇ ਵਿੱਚ ਫਿਲਹਾਲ ਮੈਂ ਸ਼ਿਰਕਤ ਕਰ ਰਿਹਾ ਆਪਣਾ ਇੰਟਰਵਿਊ ਵਾਸਤੇ, ਔਰ ਇਸੇ ਤਰ੍ਹਾਂ ਉਹਨਾਂ ਨੇ ਮੈਨੂੰ ਬੁਲਾਇਆ, ਔਰ ਮੈਂ ਗਿਆ, ਔਰ ਉੱਥੇ ਮੈਂ ਪਰਫਾਰਮੈਂਸ ਕੀਤੀ, ਔਰ ਉਹਨਾਂ ਨੂੰ ਅੱਛਾ ਵੀ ਲੱਗਾ। ਔਰ ਬਾਅਦ ਵਿੱਚ ਗੱਲਬਾਤ ਕਰਨ ਦੇ ਬਾਅਦ ਫਿਰ ਕਹਿੰਦੇ ਜੀ ਤੁਸੀਂ ਸਾਡੇ ਵਾਸਤੇ ਪ੍ਰੋਗਰਾਮ ਵੀ ਕਰੋ। ਫਿਰ ਮੈਂ ਉੱਥੋਂ ਪ੍ਰੋਗਰਾਮ ਯਾਨੀ ਕਿ ਟੀਵੀ ਪ੍ਰੋਗਰਾਮ ਕਰਨ ਦੀ ਸ਼ੁਰੂਆਤ ਕੀਤੀ।
ਇਸ ਤਰ੍ਹਾਂ ਮੇਰੇ ਟੀਵੀ ਦਾ ਫਿਰ ਸਫ਼ਰ ਉੱਥੋਂ ਸ਼ੁਰੂ ਹੋਇਆ। ਔਰ ਇਸ ਤਰ੍ਹਾਂ ਨਾਲ ਦੀ ਜੀ ਨਾਲ ਫਿਰ ਹਾਂਜੀ ਟੀਵੀ ਦਾ ਉੱਥੋਂ ਸ਼ੁਰੂਆਤ ਹੋਇਆ। ਫਿਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਿਆ ਕਿ ਸਿੰਗਿੰਗ ਦਾ ਮੈਂ ਆਪਣਾ ਜਾਰੀ ਰੱਖਿਆ। ਤੇ ਸਭ ਤੋਂ ਪਹਿਲਾਂ ਜਿਹੜੀ ਮੇਰੀ ਐਲਬਮ ਆਈ ਸੀ ਇੱਕ ਬੈਕ ਟੂ ਦ ਫਿਊਚਰ, ਇਹ ਸਭ ਤੋਂ ਪਹਿਲਾਂ ਮੈਂ ਇੰਡੀਆ ਜਾ ਕੇ ਉੱਥੇ ਮੈਂ ਰਿਕਾਰਡ ਕੀਤੀ ਸੀ। ਸੁਰਿੰਦਰ ਬਚਨ ਦਾ ਮਿਊਜ਼ਿਕ ਸੀ ਉਹਦੇ ਵਿੱਚ, ਆਪਣੇ ਚੰਡੀਗੜ੍ਹ ਅਸੀਂ ਰਿਕਾਰਡ ਕੀਤੀ ਔਰ ਉਹਦੇ 'ਚ ਵੀ 8 ਗੀਤ ਸਨ। ਔਰ ਉਸ ਤੋਂ ਬਾਅਦ ਫਿਲਹਾਲ ਜਦੋਂ ਮੈਂ ਵਾਪਸ ਫੇਰ ਆਇਆ ਤੇ ਫਿਰ ਕਾਫੀ ਵਕਫਾ ਵਿੱਚ ਪੈ ਗਿਆ। ਔਰ ਉਸ ਤੋਂ ਬਾਅਦ ਫਿਰ ਬਹੁਤ ਦੇਰ ਬਾਅਦ ਯਾਨੀ ਕਿ ਮੈਂ ਇੱਕ ਹੋਰ ਮੈਂ ਗੀਤ ਰਿਲੀਜ਼ ਕੀਤਾ। ਉਹ ਫਿਰ ਸਿੰਗਲ ਦਾ ਯਾਨੀ ਕਿ ਫਿਰ ਐਲਬਮ ਦਾ ਜ਼ਮਾਨਾ ਚਲਾ ਗਿਆ ਸੀ ਤੇ ਸਿੰਗਲਸ ਆ ਗਏ ਫਿਲਹਾਲ। ਔਰ ਜਿਵੇਂ ਕਿ ਅੱਜ ਕੱਲ੍ਹ ਸਿੰਗਲ ਹੀ ਰਿਲੀਜ਼ ਕੀਤੇ ਜਾ ਰਹੇ ਨੇ ਔਰ ਸਿੰਗਲ ਦੀ ਵੀਡੀਓ ਬਣਾ ਕੇ। ਔਰ ਫਿਰ ਮੈਂ ਪਿਛਲੇ ਸਾਲ ਮੈਂ ਉਸ ਤੋਂ ਬਾਅਦ ਇੱਕ RDB ਇੱਥੇ ਗਰੁੱਪ ਸੀ ਜਿਨ੍ਹਾਂ ਦੇ ਵਿੱਚ ਮੈਂ ਰੇਡੀਓ ਵਾਸਤੇ ਕੰਮ ਕਰਿਆ ਕਰਦਾ ਸੀ। ਤੇ RDB ਦੇ ਨਾਲ ਮੈਂ ਉਹਨਾਂ ਦੀ ਐਲਬਮ ਦੇ ਵਿੱਚ 2 ਗੀਤ ਮੈਂ ਉਹਨਾਂ ਦੇ ਗਾਏ ਸਨ। ਇੱਕ ਸੀ ਆਪਣੇ ਅਰਬਨ ਫਲੇਵਰ 1, ਉਹਦੇ ਵਿੱਚ ਮੇਰੀਆਂ ਕਾਮੇਡੀ ਬੋਲੀਆਂ ਸੀ। ਤੇ ਇੱਕ ਸੀ ਡੇਂਜਰ 2, ਉਹਨਾਂ ਦੀ ਐਲਬਮ ਦਾ ਨਾਮ ਸੀ, ਉਹਦੇ ਵਿੱਚ ਮੈਂ ਵੀ ਗਾਇਆ ਸੀ। ਔਰ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਯਾਨੀ ਕਿ ਮੈਂ ਅਗਲਾ ਗੀਤ ਮੈਂ ਇੱਕ ਮਿੱਤਰਾਂ ਦੇ ਮੋਢਿਆਂ ਤੇ ਚੜ ਚੜ ਕੇ 11 ਬੇਲੀਆਂ ਨੇ ਅੱਜ ਪਾਉਣਾ ਭੰਗੜਾ, ਮਿੱਤਰਾਂ ਦੇ ਮੋਢਿਆਂ ਤੇ ਚੜ ਚੜ ਕੇ ਮੈਂ ਗੀਤ ਮੈਂ ਰਿਕਾਰਡ ਕੀਤਾ ਔਰ ਇਹਦੀ ਵੀਡੀਓ ਵੀ ਬਣਾਈ। ਉਹਦਾ ਇਹਦਾ ਮਿਊਜ਼ਿਕ ਦੀਪਕ ਸ਼ਰਮਾ ਜੀ ਨੇ ਪਟਿਆਲਾ ਤੋਂ ਕੀਤਾ ਔਰ ਬਹੁਤ ਅੱਛਾ ਇਹਦਾ ਰਿਸਪੌਂਸ ਰਿਹਾ। ਵੀਡੀਓ ਵੀ ਬਣਾਈ ਔਰ ਬਹੁਤ ਪਿਆਰ ਮਿਲਿਆ। ਹਾਂਜੀ। ਔਰ ਫਿਰ ਉਸ ਤੋਂ ਬਾਅਦ ਪਿਛਲੇ ਸਾਲ ਯਾਨੀ ਕਿ 2020 ਦੇ ਵਿੱਚ ਫਿਰ ਮੈਂ ਹੋਰ ਗੀਤ ਮੈਂ ਰਿਲੀਜ਼ ਕੀਤਾ ਔਰ ਇਸ ਦੇ ਨਾਲ ਮੈਂ ਧਾਰਮਿਕ ਸ਼ਬਦ ਵੀ ਸਾਡੇ ਗੁਰਬਾਣੀ ਦੇ ਉਹ ਵੀ ਮੈਂ ਰਿਲੀਜ਼ ਕੀਤੇ, ਉਹ ਵੀ ਮੈਂ ਗਾਏ। ਔਰ 2020 ਦੇ ਵਿੱਚ ਜਿਹੜਾ ਮੈਂ ਗੀਤ ਯਾਨੀ ਕਿ ਜਿਹੜਾ ਰੀਸੈਂਟ ਗੀਤ ਮੇਰਾ ਉਹ ਹੈ ਢੋਲ ਵਾਲਿਆ। ਔਰ ਢੋਲ ਵਾਲਿਆ ਅੱਜ ਢੋਲ ਨੂੰ ਵਜਾਈ ਜਾ। ਬੇਸ਼ੱਕ ਤੁਸੀਂ ਇਹ ਵੀ ਮਿੱਤਰਾਂ ਦੇ ਮੋਢਿਆਂ ਤੇ ਮਿੱਤਰਾਂ ਦੇ ਮੋਢਿਆਂ ਤੇ ਢੋਲ ਵਾਲਿਆ, ਇਹ ਦੋਨਾਂ ਦਾ ਟਾਈਟਲ ਤੁਸੀਂ ਲਿਖ ਕੇ YouTube ਦੇ ਉੱਤੇ ਪਾਓਗੇ ਨਾ, UK ਮਿਊਜ਼ਿਕ ਰੈਕੋਰਡਸ ਦੇ ਨਾਲ, ਤੇ ਤੁਸੀਂ ਪੂਰੀ ਦੀ ਪੂਰੀ ਵੀਡੀਓ ਵੀ ਦੇਖ ਸਕਦੇ ਹੋ YouTube ਦੇ ਉੱਤੇ। ਔਰ ਇਸ ਦੇ ਨਾਲ ਨਾਲ ਯਾਨੀ ਕਿ ਮੈਂ ਫਿਲਹਾਲ ਹੋਰ ਵੀ ਬਹੁਤ ਸਾਰੇ ਗੀਤ ਕਾਫੀ ਸਾਰੇ ਮੈਂ ਰਿਕਾਰਡ ਕੀਤੇ ਨੇ ਜਿਨ੍ਹਾਂ ਦਾ ਮਿਊਜ਼ਿਕ ਹੋ ਚੁੱਕਿਆ ਹੈ ਔਰ ਵੀਡੀਓ ਵੀ ਅਸੀਂ ਸ਼ੂਟ ਕਈਆਂ ਦੀਆਂ ਕੀਤੀਆਂ ਨੇ, ਕਈ ਜਿਹੜੀਆਂ ਵੀਡੀਓ ਐਡਿਟ ਹੋ ਰਹੀਆਂ ਨੇ। ਔਰ ਇਸ ਕਰਕੇ ਇੱਕ ਇੱਕ ਕਰਕੇ ਅਸੀਂ ਹੌਲੀ ਹੌਲੀ ਰਿਲੀਜ਼ ਕਰਦੇ ਰਵਾਂਗੇ ਜੀ। अमेजिंग सर, बड़ी दिलचस्प स्टोरी, बड़ी जबरदस्त स्टोरी है कि आपने हमारे साथ शेयर किया कि आपने गवर्नमेंट जॉब से लेके अपने रेडियो सिस्टम से लेके रेडियो एंकरिंग के बाद आपने जो है एक्टिंग, और उसके बाद जो आपने अपने जो म्यूजिक एल्बम बताए हैं बनाए हैं, माशाल्लाह बहुत अच्छी जर्नी है, बेहतरीन जर्नी रही है आपकी। और बहुत इंस्पायरेशन है बहुत से लोग इससे कि अगर आपने अपने ख्वाबों को पूरा करना है तो आप जदोजहद जारी रखें, आधे में ना बिल्कुल छोड़ें। ਹਾਂਜੀ। ਐਕਟਿੰਗ ਦੇ ਬਾਰੇ ਚ ਤੁਹਾਨੂੰ ਮੈਂ ਤੁਸੀਂ ਕਹਿ ਰਹੇ ਸੀ ਕਿ ਐਕਟਿੰਗ ਵੱਲ ਮੈਂ ਕਿਵੇਂ ਆਇਆ, ਇਹ ਵੀ ਜਦੋਂ ਮੈਂ ਯਾਨੀ ਕਿ ਨਾਲ ਦੀ ਨਾਲ ਹੀ ਜਦੋਂ ਮੈਂ ਜੌਬ ਵੀ ਕਰਦਾ ਸੀ ਤਾਂ ਉੱਥੋਂ ਹੀ ਵੈਸੇ ਸ਼ੌਕ ਤੇ ਮੈਨੂੰ ਸ਼ੁਰੂ ਤੋਂ ਸੀਗਾ ਐਕਟਿੰਗ ਦਾ। ਸਭ ਤੋਂ ਪਹਿਲਾਂ ਮੈਨੂੰ ਐਕਟਿੰਗ ਦਾ ਸ਼ੌਕ ਹੋਇਆ ਕਰਦਾ ਸੀ ਜਦੋਂ ਸਕੂਲ ਜਾਇਆ ਕਰਦੇ ਸੀ। ਤਾਂ ਫਿਰ ਇੱਧਰ ਆ ਕੇ ਥੋੜਾ ਜਿਹਾ ਮੈਨੂੰ ਚਾਂਸ ਮਿਲਿਆ, ਇੱਧਰ ਮੈਂ ਇੰਗਲਿਸ਼ ਡਰਾਮੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਮੈਂ ਥੋੜੇ ਮੈਂ ਪਾਰਟ ਕਰਦਾ ਰਿਹਾ, ਜਾਂ ਜਿਹੜੇ ਆਪਣੀਆਂ ਮੈਂ ਕਾਫੀ ਸਾਰੀ ਮਾਡਲਿੰਗ ਵੀ ਬਹੁਤ ਸਾਰੀ ਕੀਤੀ ਇੱਥੇ ਆਪਣੇ ਇੰਗਲਿਸ਼ ਕੰਪਨੀਆਂ ਵਾਸਤੇ, ਔਰ ਬਾਕੀ ਕਮਰਸ਼ੀਅਲ ਜਿਹਨੂੰ ਕਹਿੰਦੇ ਨੇ ਆਪਣੇ ਜਿੱਥੇ ਐਡਵਰਟਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ ਕਮਰਸ਼ੀਅਲ, ਤੇ ਉਹਨਾਂ ਦੇ ਵਿੱਚ ਵੀ ਮੈਂ ਕਾਫੀ ਸਾਰੇ ਇੰਗਲਿਸ਼ ਦੇ ਵਿੱਚ ਕੰਮ ਮੈਂ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਟੀਵੀ ਦੇ ਉੱਤੇ ਕਰਿਆ ਕਰਦੇ ਸੀ ਤਾਂ ਮੇਰੇ ਨਾਲ ਮੇਰੇ ਕੋ ਹੋਸਟ ਹੋਇਆ ਕਰਦੇ ਸੀ ਆਪਣੇ ਨਿਸਾਰ ਸਮਾਈਲਰ ਸਾਹਿਬ, ਔਰ ਬਹੁਤ ਅੱਛੇ ਮੇਰੇ ਪਿਆਰੇ ਜਿਹੇ ਦੋਸਤ ਨੇ। ਤੇ ਉਹ ਜਿਹੜੇ ਸੀ ਆਪਣੇ ਡਰਾਮਿਆਂ ਦੇ ਵਿੱਚ ਕੰਮ ਕਰਿਆ ਕਰਦੇ ਸੀ ਕਿ ਆਪਣੇ ਪਾਕਿਸਤਾਨੀ ਡਰਾਮਿਆਂ ਦੇ, ਯਾਨੀ ਕਿ ਮੇਰਾ ਮਤਲਬ ਕਿ ਜਿਹੜੇ ਟੀਵੀ ਫਿਲਮਾਂ ਵਗੈਰਾ ਜਿਹੜੀਆਂ ਕਰਦੇ ਸੀਗੇ। ਤਾਂ ਉਹਨਾਂ ਨੇ ਇੱਕ ਦਿਨ ਮੈਨੂੰ ਅਚਾਨਕ ਮੇਰੀ ਗੱਲ ਹੋਈ, ਮੈਂ ਕਿਹਾ ਵਾਜੀ ਜੇਕਰ ਤੁਸੀਂ ਕੰਮ ਕਰਦੇ ਤਾਂ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਕਿਸੇ ਦੇਸੀ ਫਿਲਮ ਦੇ ਵਿੱਚ ਵੀ ਮੈਂ ਕੰਮ ਕਰਾਂ। ਔਰ ਤੇ ਕੋਈ ਜਦੋਂ ਚਾਂਸ ਲੱਗਿਆ ਤਾਂ ਕਦੇ ਖਿਆਲ ਰੱਖਿਓ। ਤਾਂ ਉਹਨਾਂ ਦੇ ਕਹਿਣ ਮੁਤਾਬਿਕ ਇੱਕ ਦਿਨ ਉਹਨਾਂ ਨੇ ਮੈਨੂੰ ਡਾਇਰੈਕਟਰ ਸਾਹਿਬ ਨਾਲ ਮਿਲਾਇਆ, ਜਿਹੜੇ ਕਿ ਸ਼ਫੀਕੁਰ ਰਹਿਮਾਨ, ਜਿਹੜੇ ਸਾਡੇ ਇੱਥੇ ਬਰੈਡਫੋਰਡ ਰਹਿੰਦੇ ਨੇ। ਉਹਨਾਂ ਦੇ ਕੋਲ ਅਸੀਂ ਗਏ, ਮੁਲਾਕਾਤ ਕੀਤੀ ਔਰ ਅਚਾਨਕ ਹੀ ਫਿਲਮ ਇੱਕ ਜੋ ਕਰ ਰਹੇ ਸੀਗੇ ਔਰ ਕਹਿੰਦੇ ਜੀ ਇੱਕ ਫਿਲਮ ਸ਼ੁਰੂ ਕੀਤੀ ਔਰ ਉਹਦੇ ਵਿੱਚ ਜਿਹੜਾ ਇੱਕ ਸਰਦਾਰ ਦਾ ਪਾਰਟ ਚਾਹੀਦਾ, ਔਰ ਹੈ ਵੀ ਪਾਰਟ ਵੀ ਹੈ ਕਿ ਸੈਕੰਡ ਲੀਡ ਪਾਰਟ ਹੈ, ਯਾਨੀ ਕਿ ਅੱਛਾ ਪਾਰਟ ਹੈ, ਸਾਰੀ ਫਿਲਮ ਦੇ ਵਿੱਚ ਪਾਰਟ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਰੋ
ਔਰ ਤੁਸੀਂ ਕਰ ਸਕਦੇ ਹੋ। ਮੈਂ ਕਿਹਾ ਜੀ ਚਲੋ ਜੀ, ਮੈਂ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ। ਸੋ ਇਸ ਕਰਕੇ ਮੇਰੇ ਉਹ ਦੋਸਤ ਜਿਹੜੇ ਨਿਸਾਰ ਸਮਾਲਰ, ਉਹਨਾਂ ਦੀ ਵਜ੍ਹਾ ਕਰਕੇ ਮੈਨੂੰ ਇਹ ਫਿਲਮ ਮਿਲੀ ਜੀ। ਔਰ ਇਹ ਫਿਲਮ ਹਾਲੇ ਮੈਂ ਇਹਦਾ ਨਾਮ ਨਹੀਂ ਦੱਸਣਾ ਚਾਹਾਂਗਾ, ਕਿਉਂਕਿ ਫਿਲਹਾਲ ਹਾਲੇ ਇਹਦੀ ਡਬਿੰਗ ਰਹਿੰਦੀ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਔਰ ਅਗਲੀ ਈਦ ਤੱਕ, ਯਾਨੀ ਕਿ ਮਈ ਜੂਨ ਤੱਕ ਇਹਨੂੰ ਰਿਲੀਜ਼ ਕਰਨ ਦਾ ਇਰਾਦਾ ਹੈ। ਔਰ ਜਦੋਂ ਵੀ ਇਹ ਰਿਲੀਜ਼ ਕਰਾਂਗੇ ਫਿਲਮ, ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਔਰ ਇਹਦੀ ਪ੍ਰਮੋਸ਼ਨ ਕਰਾਂਗੇ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜਾਏਗਾ ਜਦੋਂ ਇਹ ਰਿਲੀਜ਼ ਹੋਏਗੀ। ਔਰ ਇਸ ਕਰਕੇ ਮੈਨੂੰ ਉਮੀਦ ਹੈ ਕਿ ਸਾਨੂੰ ਉਨਾ ਹੀ ਪਿਆਰ ਮਿਲੇਗਾ ਜਿੰਨਾ ਕਿ ਮੈਨੂੰ ਹਮੇਸ਼ਾ ਸਾਡੇ ਸਾਰੇ ਦਰਸ਼ਕ ਕਰਦੇ ਆਏ ਨੇ, ਔਰ ਤੁਸੀਂ ਸਾਰੇ ਭਰਾ ਮੈਨੂੰ ਕਰਦੇ ਆਏ ਹੋ ਪਿਆਰ। ਰੱਬ ਇਸੇ तरह ही साडा और तुहाडा जेहड़ा प्यार है इसी तरह सलामत रखेगा। जी सर, बहुत बहुत शुक्रिया। आपने बड़े अच्छे से और बड़े बेहतरीन अंदाज से अपने एक्टिंग में आपकी कैसी शुरुआत हुई और आपकी एक फिल्म पाइपलाइन में और आने वाली है। और बिल्कुल आपको हम सब दिल से प्यार करते हैं और आपके गाने यूट्यूब पे मैंने सुने भी है। बड़ा अच्छा सिंगिंग करते हैं। मैं तो एक छोटा हूँ, लेकिन बहुत से लोग, बहुत से बड़े लोग आपको बहुत ज्यादा प्यार करते हैं, फिर वो पाकिस्तान से हो, इंडिया से हो, चाहे दुनिया भर से हो। जी जी, जो आप म्यूजिक छोटे लवर नहीं, है आप वो बहुत आपको बड़े बहुत हैं। हाँ जी, आप बहुत बड़े हैं जी, कोई भी। सर आपके लिए जी जी एक सवाल किया है, हमारे ये रेगुलर है और हमारे प्यारे दोस्त प्यारे भाई हैं रफीक मला, और जी बहुत अच्छे एंकरिंग करते हैं, सिंधी में अच्छा गाते हैं। जी इन्होंने जी। सवाल किया है कि व्हाट क्वालिटी एज ए रेडियो होस्टर। वाट की, हाँ जी, एक बार फिर मैंने दस्यो। सर लिखा है व्हाट्स क्वालिटी एज ए रेडियो होस्टर, माना कौन सी क्वालिटी आपके रेडियो होस्टर में, कौन सी मतलब न्यूज थे पढ़ते थे या जर्नल कंपेयरिंग अच्छा अच्छा करते थे या ਅੱਛਾ ਜੀ, ਯਾਨੀ ਕਿ रेडियो। ਮੈਂ ਕੀ जी ਕਰਦਾ ਸੀ। ਹਾਂ, ਨਹੀਂ ਉੱਥੇ ਜੀ ਮੇਰਾ जी ਪ੍ਰੋਗਰਾਮ ਹੋਇਆ ਕਰਦਾ ਸੀ, ਜਿਵੇਂ ਆਪਾਂ ਹੁਣ ਗੱਲਬਾਤ ਕਰਦੇ ਆ, ਮੈਂ ਇਸ ਤਰ੍ਹਾਂ ਪ੍ਰੋਗਰਾਮ ਹੋਇਆ ਕਰਦਾ ਸੀ। ਉੱਥੇ ਨਵੇਂ ਨਵੇਂ ਜਿਹੜੇ ਆਰਟਿਸਟ ਆ, ਕੋਈ ਆਉਣੇ ਜਾਂ ਪੁਰਾਣੇ ਆਰਟਿਸਟ, ਯਾਨੀ ਕਿ ਵੱਡੇ ਵੱਡੇ ਜਿਹੜੇ ਆਰਟਿਸਟ, ਇੱਥੋਂ ਤੱਕ ਕਿ ਆਪਣੇ ਦਲੇਰ ਮਹਿੰਦੀ ਸਾਹਿਬ, ਹੋਰ ਜਿਹੜੇ ਵੱਡੇ ਵੱਡੇ ਜਿਹੜੇ ਆਰਟਿਸਟ, ਇਹ ਜਦੋਂ ਆਉਂਦੇ ਸੀ ਤਾਂ ਸਾਡੇ ਰੇਡੀਓ ਤੇ ਆਉਣਾ, ਮੈਂ ਇੰਟਰਵਿਊ ਵੀ ਕਰਿਆ ਕਰਦਾ ਸੀ ਉਹਨਾਂ ਨੂੰ। ਤੇ ਨਾਲ ਦੀ ਨਾਲ ਜਿਹੜੇ ਗੀਤ ਸੰਗੀਤ ਜਿਹੜੇ ਗੀਤ ਲਗਾਉਂਦੇ ਸੀ, ਫਿਰ ਕਿਸੇ ਦੀ ਕੋਈ ਯਾਨੀ ਕਿ ਕੋਈ ਫਰਮਾਇਸ਼ਾਂ ਹੋਣੀਆਂ ਪੂਰੀਆਂ ਕਰਨੀਆਂ, ਲਾਈਵ ਟੈਲੀਫੋਨ ਕਾਲਸ ਲੈਣੀਆਂ, ਯਾਨੀ ਕਿ ਐਂਕਰਿੰਗ ਜਿਵੇਂ ਆਪਾਂ ਕਰਦੇ ਆ ਰੇਡੀਓ ਦੇ ਉੱਤੇ, ਜਿਵੇਂ ਪ੍ਰੋਗਰਾਮ ਬ੍ਰੋਡਕਾਸਟ ਕਰੀਦੇ। ਔਰ ਇਹ ਮੈਂ ਕਰਿਆ ਕਰਦਾ ਸੀ ਜੀ, ਬਿਲकुल ਇਸ ਤਰ੍ਹਾਂ ਇਸੇ ਤਰ੍ਹਾਂ ਟੀਵੀ ਤੇ ਕਰਿਆ ਕਰਦੇ ਸੀ। जी सर, बहुत बहुत शुक्रिया। सर ये हम मेरे दोस्त हैं, क्लास फेलो हैं, डॉक्टर नोमान शेख। इन्होंने जी रिक्वेस्ट जी। की है कि जगतार सिंह प्लीज सिंग फ्यू लाइन ऑफ योर फेवरेट सॉन्ग। तो सर अगर आप कंफर्टेबल हैं तो 2 लाइनें जी जी, बिल्कुल जी। एक चाहने हाँ, वाले सब हैं तो आप। पहला तो मैं, हाँ जी, ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੇਰੇ ਵੀਰਾਂ ਨੂੰ ਜੇਕਰ ਪੂਰਾ ਗੀਤ ਤੁਸੀਂ ਸੁਣੋਗੇ, ਤੁਹਾਨੂੰ ਪਤਾ ਕਿ 뮤직 ਦੇ ਨਾਲ ਗਾਉਣਾ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਹੁਣ ਮੰਨ ਲਓ ਜਿਹੜਾ ਹੈਗਾ ਸੀ ਮਿੱਤਰਾਂ ਦੇ ਮੋਢਿਆਂ ਤੇ, ਇਹ ਤੁਸੀਂ ਜਦੋਂ ਲਿਖੋਗੇ YouTube ਤੇ ਜਾ ਕੇ ਨਾਲ UK 뮤직 ਰੈਕੋਰਡ, ਤਾਂ ਇਹਦੀ ਪੂਰੀ ਵੀਡੀਓ ਆ ਜੀ, ਤੁਸੀਂ ਦੇਖ ਸਕਦੇ ਹੋ। ਉਹਦੀਆਂ ਮੈਂ ਤੁਹਾਨੂੰ 2 ਲਾਈਨਾਂ ਮੈਂ ਸੁਣਾ ਦਿੰਦਾ। ਔਰ ਇੱਕ ਜਾਂ ਮੇਰਾ ਹੋਰ ਇੱਕ ਗੀਤ ਸੀਗਾ ਆਪਣਾ, ਜਿਹੜਾ ਹੁਣੇ ਹੁਣੇ ਨਵਾਂ ਨਵਾਂ ਰਿਲੀਜ਼ ਹੋਇਆ, ਢੋਲ ਵਾਲਿਆ। ਔਰ ਇਹ ਜਾਂ ਢੋਲ ਵਾਲਿਆ ਦੇ ਇਹਦੀਆਂ ਮੈਂ 2 ਲਾਈਨਾਂ ਤੁਹਾਨੂੰ ਸੁਣਾਉਂਦਾ, ਜਿਹੜਾ ਹੁਣੇ ਹੁਣੇ ਫਿਲਹਾਲ ਨਵਾਂ ਮੇਰਾ ਗੀਤ ਰਿਲੀਜ਼ ਹੋਇਆ ਕਿ बहुत बहुत ਢੋਲ शुक्रिया। ਵਾਲਿਆ ਅੱਜ ਢੋਲ ਨੂੰ ਵਜਾਈ ਜਾ, ਢੋਲ ਵਾਲਿਆ ਓਏ ਅੱਜ ਢੋਲ ਨੂੰ ਵਜਾਈ ਜਾ, ਸੱਜਣਾ ਤੇ ਬੇਲੀਆਂ ਨੂੰ ਉਹ ਭੰਗੜੇ ਪਵਾਈ ਜਾ, ਢੋਲ ਵਾਲਿਆ ਓਏ ਅੱਜ ਢੋਲ ਨੂੰ ਵਜਾਈ ਜਾ, ਢੋਲ ਵਾਲਿਆ ਓਏ ਅੱਜ ਢੋਲ ਨੂੰ ਵਜਾਈ ਜਾ। ਜੀ ਹਰ ਪੂਰਾ ਗੀਤ ਸੁਣਨ ਵਾਸਤੇ ਪਲੀਜ਼ ਤੁਸੀਂ YouTube ਤੇ ਜਾ ਕੇ ਢੋਲ ਵਾਲਿਆ ਲਿਖ ਕੇ UK 뮤직 ਰੈਕੋਰਡਸ, ਔਰ ਤੁਸੀਂ ਪੂਰੇ ਦਾ ਪੂਰਾ ਵੀਡੀਓ ਵੀ ਦੇਖ ਸਕਦੇ ਹੋ। ਔਰ ਬਹੁਤ ਬਹੁਤ जी सर, शुक्रिया जी। बहुत मैं बहुत शुक्रिया। हाँ जी, और मैं सारे सर बहुत भरावां दा जबरदस्त, बहुत बहुत। शुक्रिया मैं जी करदा सर। ਜਿਹੜੇ ਇੰਨਾ ਸਾਰਾ ਪਿਆਰ ਕਰਦੇ ਨੇ। ਔਰ ਵਾਕਈ ਬੜਾ ਮਜ਼ਾ ਆਉਂਦਾ ਜਦੋਂ ਲਾਈਵ ਆ ਕੇ, ਜਦੋਂ ਸਵਾਲ ਪੁੱਛਦੇ ਨੇ ਔਰ ਲਾਈਵ ਆ ਕੇ ਗੱਲਾਂ ਕਰਦੇ ਨੇ, ਤਾਂ ਬਹੁਤ ਹੀ मजा ਆਉਂਦਾ जी सर, बहुत बहुत शुक्रिया। बहुत जबरदस्त सॉन्ग है और बहुत ही बेहतरीन है, और आपने हमें बता भी दिया कि यूट्यूब पे जाके देखें। नोमान भाई, अगर आगे पूरा सॉन्ग सुनना है तो यूट्यूब पे जाके देखना पड़ेगा, और है। बड़ा बिल्कुल जी। अच्छा गाते। हाँ जी, और डॉक्टर साहब ਤੁਸੀਂ ਇੱਕ ਹੋਰ ਵੀ ਮੇਰੀ ਗੁਜ਼ਾਰਿਸ਼ ਹੈ, ਤੁਸੀਂ ਆਪਣੇ ਲਿਸਨਰਸ ਵਾਸਤੇ, ਸਾਡੇ ਦਰਸ਼ਕਾਂ ਦੇ ਵਾਸਤੇ ਥੋੜਾ ਸੌਖਾ ਕਰ ਦਿਓ। ਮੈਂ ਤੁਹਾਨੂੰ ਆਪਣੇ ਲਿੰਕ ਭੇਜਾਂਗਾ, ਮੇਰਾ ਖਿਆਲ ਜਾਂ ਪਤਾ ਨਹੀਂ, ਮੈਂ ਭੇਜੇ ਨੇ ਲਿੰਕ ਪਹਿਲਾਂ। ਔਰ ਤੁਸੀਂ ਉਹ ਲਿੰਕ ਸ਼ੇਅਰ ਕਰ ਦਿਓ ਆਪਣੇ ਇੰਟਰਵਿਊ ਤੋਂ ਬਾਅਦ, ਜਿਹੜੀ ਨਾ ਤੁਸੀਂ ਉਹ ਲਿੰਕ ਸ਼ੇਅਰ ਕਰ ਦਿਓ, ਤਾਂ ਕਿ ਨਾਲ ਇੰਟਰਵਿਊ ਦੇ ਨਾਲ ਨਾਲ ਪੂਰੇ ਦੇ ਪੂਰੇ ਗੀਤ ਵੀ ਸਾਡੇ ਦਰਸ਼ਕ ਦੇਖ ਸਕਣ।
श्योर सर, श्योर, बिल्कुल बिल्कुल, वो मैं शेयर कर दूंगा सर। ये नौमान साहब ने आपको बहुत बहुत शुक्रिया बोला है कमेंट में। मान साहब और बहुत बहुत आमना ने शुक्रिया सर जी। एक कमेंट, आमना, सैयदा आमना ने एक कमेंट किया है, वेलकम जगदीश सिंह सर। आमना जी बहुत बहुत शुक्रिया जी, और मेरे ਕੋਲੋਂ ਬਹੁਤ ਬਹੁਤ ਮੁਬਾਰਕ ਨਵੇਂ ਸਾਲ ਦੀ ਤੁਹਾਨੂੰ, ਔਰ ਰੱਬ ਕਰੇ ਕਿ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਦਾ ਲੈ ਕੇ ਆਵੇ। ਔਰ ਆਮਨਾ ਜੀ ਤੁਸੀਂ ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। जी सर, बहुत बहुत शुक्रिया सर। आप बड़े आपसे बातें करते बड़े मजा आ रहा है। और इसी से रिलेटेड जी एक और मेरा सवाल है सर, जी जी आपसे कि सर आपने राइटिंग में कैसे इन हुए, जो आप लिखते भी अच्छा है मैंने सुना है, और आप जी जी जी, तो कोशिश आपने राइटिंग में कैसे दिलचस्पी आई और कैसे आपने लिखना शुरू ਜੀ किया। ਜੀ ਇਹ ਵੀ ਅਚਾਨਕ ਮੈਂ ਇੱਕ ਦਿਨ ਮੈਂ ਨਾ ਅਸਲ 'ਚ ਜਦੋਂ ਗੀਤ ਸੁਣਿਆ ਕਰਦਾ ਸੀ ਤਾਂ ਦਿਲ ਦੇ ਵਿੱਚ ਤਮੰਨਾ ਸੀ ਕਿ ਮੈਂ ਵੀ ਆਪਣੇ ਆਪ ਮੈਂ ਗੀਤ ਲਿਖਾਂ ਔਰ ਆਪਣੇ ਆਪ ਹੀ ਮੈਂ ਗਾਵਾਂ, ਕਿਉਂਕਿ ਅਸਲ ਦੇ ਵਿੱਚ ਜੋ ਤੁਸੀਂ ਆਪਣੇ ਦਿਲ ਦੇ ਵਲਵਲੇ, ਆਪਣੇ ਦਿਲ ਦੇ ਜਜ਼ਬਾਤ ਆਪ ਖੁਦ ਲਿਖ ਕੇ ਕੱਢ ਕੇ ਖੁਦ ਲਿਖ ਸਕਦੇ ਹੋ, ਔਰ ਫਿਰ ਖੁਦ ਤੁਸੀਂ ਜਦੋਂ ਤੁਸੀਂ ਗਾਓਗੇ ਤੁਸੀਂ ਪੂਰੀ ਫੀਲਿੰਗਸ ਦੇ ਨਾਲ ਗਾ ਸਕਦੇ ਹੋ। ਔਰ ਇਸ ਕਰਕੇ ਮੇਰੇ ਦਿਲ ਦੀ ਤਮੰਨਾ ਸੀ ਕਿ ਮੈਂ ਆਪਣਾ ਲਿਖਿਆ ਹੋਇਆ ਆਪਣੇ ਆਪ ਖੁਦ ਹੀ ਮੈਂ ਗਾਵਾਂ। ਤੇ ਇਸ ਦਿਨ ਅਚਾਨਕ ਮੈਂ ਇੱਕ ਦਿਨ ਕਲਮ ਦਵਾ ਆਪਣੇ ਪੈਨ ਪੇਪਰ ਲੈ ਕੇ ਮੈਂ ਬੈਠਿਆ, ਔਰ ਮੈਂ ਗੀਤ ਮੈਂ ਕੁਝ ਲਾਈਨਾਂ ਲਿਖਣੀਆਂ ਸ਼ੁਰੂ ਕੀਤੀਆਂ। ਔਰ ਉਹ ਫਿਰ ਮੇਰਾ ਖਿਆਲ ਇਹ 88 ਦੀ ਗੱਲ ਹੈ, ਸ਼ਾਇਦ 87 ਦੀ, ਇਸ ਤਰ੍ਹਾਂ ਕਰਕੇ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਉੱਥੋਂ ਸ਼ੁਰੂਆਤ ਕੀਤੀ। ਔਰ ਪਹਿਲਾ ਗੀਤ ਫਿਰ ਮੈਂ ਉੱਥੇ ਲਿਖਿਆ, ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਫਿਰ ਇੱਕ ਤੋਂ ਬਾਅਦ ਇੱਕ, ਦੋ ਚਾਰ ਕਰਦੇ ਮੇਰਾ ਖਿਆਲ ਹੁਣ ਤੇ ਗਿਣਤੀ ਭੁੱਲ ਗਏ ਕਿੰਨੇ ਕੁ ਗੀਤ ਹੋ ਗਏ ਨੇ। ਔਰ ਇਹ ਸਾਰੀ ਉਸ ਉੱਪਰ ਵਾਲੇ ਦਾ ਕਰਮ ਹੈ ਜੀ, ਉਸ ਰੱਬ ਦਾ ਕਰਮ ਹੈ, ਉਸ ਵਾਹਿਗੁਰੂ ਦੀ ਕਿਰਪਾ ਹੈ। जी सर, बिल्कुल, वाहिगुरु की कृपा सब पे है सर। रफीक मला ने लिखा है कि ब्यूटीफुल वॉइस, इट्स रियली टचिंग। जी, और बहुत ये शुक्रिया रफीक जी। मला साहब ने लिखा है सर जी। जी 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 सर, रफीक मला, थैंक यू सो मच। सर मेरा अगला सवाल आपसे है कि आपने अपनी जिंदगी में जो आपकी लाइफ हाँ जी। है उस ਤੁਹਾਡੀ ਨੈਟਵਰਕ ਦੀ ਪ੍ਰੋਬਲਮ ਆ में ਰਹੀ ਹੈ, ਆਵਾਜ਼ ਤੁਹਾਡੀ ਬਿਲकुल कौन भी सी ਹੁਣ तीन चीज अपनी जिंदगी। ओके ओके सर, मैं दोबारा बता देता हूँ कि जी जी वो कौन सी तीन चीजें जो आपने अपनी जिंदगी में सीखी, अपनी लाइफ से सीखी, वो जी सीख जो आपने अपने लाइफ से सीखी वो आप हमें सिखाएं, हमारे व्यूअर्स के साथ शेयर करें सर। ओवर टू यू। ਜੀ ਸਭ ਤੋਂ ਪਹਿਲਾਂ ਤੇ ਮੈਂ ਇਹੀ ਕਹਾਂਗੀ ਕਿ ਇਹ ਸਾਰੀ ਜ਼ਿੰਦਗੀ ਇਨਸਾਨ ਸਿੱਖਦਾ ਹੈ, ਔਰ ਫਿਲਹਾਲ ਅਜੇ ਵੀ ਅਸੀਂ ਸਿੱਖ ਰਹੇ ਹਾਂ, ਔਰ ਕੋਈ ਵੀ ਚੀਜ਼ ਹੈ ਔਰ ਇਹਨੂੰ ਯਾਨੀ ਕਿ ਮੇਰਾ ਤੇ ਇਹੀ ਹੁੰਦਾ ਕਿ ਕਿਸੇ ਦੇ ਯਾਨੀ ਕਿ ਹਰ ਇੱਕ ਇਨਸਾਨ ਦੇ ਨਾਲ ਆਪਾਂ ਪਿਆਰ ਕਰੀਏ, ਔਰ ਜਿਸ ਤਰ੍ਹਾਂ ਦੀ ਅਸੀਂ ਕਹਿੰਦੇ ਕਿ ਖੂਹ ਦੇ ਵਿੱਚ ਆਵਾਜ਼ ਮਾਰਾਂਗੇ ਫਿਰ ਉਸੇ ਤਰ੍ਹਾਂ ਦੀ ਸਾਨੂੰ ਵਾਪਸ ਆਏਗੀ। ਔਰ ਇਸ ਕਰਕੇ ਅਸੀਂ ਸਭ ਦੇ ਨਾਲ ਜੇਕਰ ਪਿਆਰ ਕਰਾਂਗੇ ਤਾਂ ਜ਼ਾਹਿਰ ਹੈ ਕਿ ਸਾਨੂੰ ਉਹ ਪਿਆਰ ਦੀ ਆਵਾਜ਼ ਹੀ ਸਾਡੇ ਤੱਕ ਵਾਪਸ ਆਏਗੀ। ਅਸੀਂ ਸਭ ਨਾਲ ਪਿਆਰ ਕਰੀਏ, ਸਤਿਕਾਰ ਕਰੀਏ, ਔਰ ਬਾਕੀ ਦੂਸਰੀ ਚੀਜ਼ ਵੀ ਕਦੇ ਹਿੰਮਤ ਕਦੇ ਨਾ ਅਸੀਂ ਹਾਰੀਏ। ਔਰ ਬੇਸ਼ੱਕ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਕਿ ਕੰਡੇ ਵੀ ਨੇ, ਆਉਂਦੇ ਨੇ, ਫੁੱਲ ਵੀ ਨੇ, ਔਰ ਇਸ ਕਰਕੇ ਇਹ ਨਾ ਹੋਵੇ ਕਿ ਅਸੀਂ ਕੰਡਿਆਂ ਦੇ ਉੱਤੇ ਤੁਰਦੇ ਤੁਰਦੇ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉੱਥੇ ਰੋਕ ਦਈਏ, ਔਰ ਕੰਡਿਆਂ ਉੱਤੇ ਚੱਲਦੇ ਹੋਏ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਜਾਰੀ ਰੱਖੀਏ, ਔਰ ਇੱਕ ਨਾ ਇੱਕ ਦਿਨ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਕਦੇ ਵੀ ਆਪਣੇ ਦਿਲ ਨੂੰ ਨੀਵਾਂ ਨਾ ਰੱਖੀਏ। ਔਰ ਉਸ ਤੋਂ ਇਲਾਵਾ ਜਿਹੜਾ ਇਹ ਹੈ ਕਿ ਆਪਣੇ ਅਸੀਂ ਮਾਂ-ਬਾਪ ਦੀ ਹਮੇਸ਼ਾ ਸਤਿਕਾਰ ਉਹਨਾਂ ਦਾ ਕਰੀਏ, ਪਰ ਉਹਨਾਂ ਦੇ ਨਾਲ ਪਿਆਰ ਕਰੀਏ, ਕਿਉਂਕਿ ਉਹਨਾਂ ਨੇ ਸਾਨੂੰ ਇੱਥੇ ਤੱਕ ਯਾਨੀ ਕਿ ਆਉਣ ਦਾ ਯਾਨੀ ਕਿ ਇਸ ਦੁਨੀਆ ਦੇ ਵਿੱਚ ਸਾਨੂੰ ਆਪਣੇ ਮਾਂ-ਬਾਪ ਨੇ ਲਿਆਂਦਾ, ਔਰ ਉਹਨਾਂ ਦੇ ਸਦਕਾ ਯਾਨੀ ਕਿ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਸਾਨੂੰ ਪੜ੍ਹਾਇਆ, ਲਿਖਾਇਆ, ਇੱਥੇ ਤੱਕ ਪਹੁੰਚਾਇਆ, ਔਰ ਉਹਨਾਂ ਦਾ ਅਸੀਂ ਹਮੇਸ਼ਾ ਸਤਿਕਾਰ ਕਰੀਏ, ਪਿਆਰ ਕਰੀਏ। ਔਰ ਰੱਬ ਸਾਰਿਆਂ ਜਿਨ੍ਹਾਂ ਦੇ ਮਾਂ-ਬਾਪ ਹੈ ਨੇ, ਰੱਬ ਮਾਂ-ਬਾਪ ਨੂੰ ਸਲਾਮਤ ਰੱਖੇ, ਔਰ ਜਿਨ੍ਹਾਂ ਦੇ ਨਹੀਂ ਹੈ, ਜਿਵੇਂ ਕਿ ਮੇਰੇ ਮਾਂ-ਬਾਪ ਚਲੇ ਗਏ ਨੇ ਇਸ ਦੁਨੀਆ ਤੋਂ, ਔਰ ਉਹਨਾਂ ਵਾਸਤੇ ਅਸੀਂ ਦੁਆ ਕਰਦੇ ਹਾਂ ਰੱਬ ਉਹਨਾਂ ਨੂੰ ਆਪਣੇ ਜन्नत ਦੇ ਵਿੱਚ अपने कोल रखे। जी सर, बहुत बहुत शुक्रिया, आपने जो तीन चीजें सीखी जिंदगी में वो हमारे साथ शेयर की। और सबसे अच्छी बात आपने कही कि आप अपने जो पेरेंट्स हैं, अपने माँ बाप हैं, उनसे प्यार करें। और सर उर्दू सही समझ में आ रही है, मुझे अफसोस है मैं आपके साथ पंजाबी नहीं बोल पा रहा हूँ।
नहीं जी, मैं पंजाबी समझ लेता बिल्कुल हूँ अच्छी लेकिन तरह बोल नहीं पाता हूँ। से नहीं, मैं बोल भी लेता हूँ आपकी उर्दू, और मैं समझ भी सकता हूँ, कोई ऐसी बात नहीं है। बहुत अच्छी तरह से समझ आ रही है, कोई ऐसी बात नहीं, बोलने की कोई प्रॉब्लम नहीं है। लेकिन क्योंकि पंजाबी होने के नाते मैं कोशिश करता हूँ मैं पंजाबी ही बोलूँ, क्योंकि पंजाबी बोलने का मजा ही कुछ और है ना। लेकिन मैं ऐसी बात नहीं, मैं उर्दू भी बोल सकता हूँ, कोई बिल्कुल ऐसी बात सर, नहीं। आप मैं लिख भी सकता हूँ उर्दू अपनी में। जुबान का मजा तो। मैंने सीखा उर्दू, स्पेशली ना, मैं यहाँ स्कूल है एक हमारे, और मुझे शुरू से शौक था उर्दू सीखने का, कि कोई भी लैंग्वेज जो है ना, मुझे लैंग्वेज सीखने का बहुत शौक रहा है शुरू से। और इसीलिए फिर मैं यहाँ स्कूल गया, और वहां से बकायदा मैंने उर्दू सीखी, लिखनी पढ़नी मैं थोड़ा बहुत पढ़ लिख लेता हूँ उर्दू में। और इसके अलावा मैं थोड़ी बहुत फ्रेंच भी, फ्रेंच और स्पेनिश वगैरह जो वैसे यानी कि स्कूल में यानी कि सीखा थोड़ा बहुत। जी सर, बहुत बहुत शुक्रिया। आप मल्टी लैंग्वेज सीख रहे हो और बड़ी खुशी हुई कि आपको उर्दू लिखना पढ़ना और बोलना अच्छे से आता है। जबरदस्त सर। सर, जो एक जैस्मिन फ्लावर ये है, यूएसए से है शायद। हाँ जी, हाँ। जी इन्होंने लिखा है ब्यूटीफुल लव, लव यू जगतार सिंह। तो यास्मीन सर जी, आपके लिए बहुत बहुत प्यार आ रहा है इंटरनेशनली। जी जी यास्मीन जी, जी बहुत बहुत सर, तो शुक्रिया। आप ਤੁਹਾਡਾ अपने प्यार और रब ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਜੀ। ਮੇਰੇ ਵੱਲੋਂ ਬਹੁਤ ਸਾਰੀਆਂ ਢੇਰ ਸਾਰੀਆਂ ਦੁਆਵਾਂ ਇਸ ਨਵੇਂ ਸਾਲ ਵਾਸਤੇ, ਔਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਇੰਨਾ ਤੁਸੀਂ ਪਿਆਰ ਕਰਦੇ ਹੋ, ਔਰ ਮੈਨੂੰ ਉਮੀਦ ਹੈ ਕਿ ਹਮੇਸ਼ਾ ਅੱਗੇ ਤੋਂ ਵੀ ਇੰਨਾ ਸਾਰਾ ਪਿਆਰ ਇਸੇ ਤਰ੍ਹਾਂ ਹੀ ਕਰਦੇ ਰਹੋਗੇ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ जी, सलामत रखे। जी सर, बहुत बहुत शुक्रिया। मैं आपका ज्यादा नहीं वक्त ले रहा हूँ, बस एक लास्ट क्वेश्चन है कि आप ने जो जैसे एक्टिंग भी करते हैं, राइटिंग भी करते हैं, सिंगिंग भी करते हैं माशाल्लाह, रेडियो एंकरिंग भी करते हैं और होस्ट भी हैं, फिर टीवी शो प्रेजेंट भी करते हैं, तो जी माशाल्लाह मल्टी टैलेंटेड हैं। तो सर इन सब में आपने आपको कौन सी फील्ड करने में, मतलब सिंगिंग में ज्यादा मजा आता है, एक्टिंग में ज्यादा मजा आता है, और आपकी आइडियल कौन है? ਬਾਜੀ ਅਸਲ ਚ ਸਿੰਗਿੰਗ ਜਿਹੜਾ ਲਾ ਲਈ, ਆਪਣੇ ਐਕਟਿੰਗ ਲਾ ਲਓ, ਕੁਝ ਵੀ ਯਾਨੀ ਕਿ ਜਿਵੇਂ ਕਹਿੰਦੇ ਕਿ ਇੱਕ ਜਿਹੜੀ ਮਾਂ ਹੁੰਦੀ ਹੈ ਨਾ, ਮਾਂ ਨੂੰ ਆਪਣੇ ਸਾਰੇ ਹੀ ਬੱਚੇ ਪਿਆਰੇ ਹੁੰਦੇ। ਹਾਂਜੀ, ਔਰ ਸਾਰੇ ਬੱਚੇ ਪਿਆਰੇ ਹੁੰਦੇ, ਬੇਸ਼ੱਕ ਉਹਨਾਂ ਦੇ ਸ਼ੌਕ जी जी। ਵੱਖਰੇ ਹੋਣ, ਨੇ ਹੁੰਦੇ, ਵੱਖਰੀਆਂ ਵੱਖਰੀਆਂ ਰੱਬ ਨੇ ਜਿਵੇਂ ਸ਼ਕਲਾਂ ਦਿੱਤੀਆਂ ਨਾ, ਵੱਖਰੀਆਂ ਵੱਖਰੀਆਂ ਅਕਲਾਂ ਵੀ ਦਿੱਤੀਆਂ ਨੇ। ਔਰ ਇਸ ਕਰਕੇ ਉਸੇ ਤਰ੍ਹਾਂ ਜਿਹੜਾ ਹੁਣ ਮੈਨੂੰ ਵੀ ਜਿਹੜੇ ਜਿੰਨੇ ਵੀ ਇਹ ਸ਼ੌਕ ਨੇ, ਸਾਰੇ ਹੀ ਪਿਆਰੇ ਨੇ। ਐਵੇਂ ਮੈਂ ਕਹਿ ਦਿਆਂ, ਕੋਈ ਵੀ ਯਾਨੀ ਕਿ ਮੈਂ ਕਹਿੰਦਾ ਮੇਰਾ ਇਹ ਫੇਵਰਟ, ਕਿਉਂਕਿ ਸ਼ੁਰੂਆਤ ਮੈਂ ਰੇਡੀਓ ਤੋਂ ਕੀਤੀ, ਫਿਰ ਐਕਟਿੰਗ ਯਾਨੀ ਕਿ ਐਕਟਿੰਗ ਵੱਲ ਵੀ ਗਏ, ਔਰ ਲਿਖਣ ਵਾਲੇ ਪਾਸੇ ਗਏ, ਸਿੰਗਿੰਗ ਵਾਲੇ ਪਾਸੇ ਵੀ ਗਏ। ਯਾਨੀ ਕਿ ਸਾਰੇ ਹੀ ਇਹ ਸ਼ੌਕ ਯਾਨੀ ਕਿ ਬਰਾਬਰ ਹੀ ਜਿਹੜੇ ਇੰਪੋਰਟੈਂਸ ਰੱਖਦੇ ਨੇ ਮੇਰੇ ਵਾਸਤੇ ਜੀ। ਔਰ ਇਸ ਕਰਕੇ ਕਿਉਂਕਿ ਹੁਣ ਦੇਖੋ ਇੰਨਾ ਸਾਰਾ ਪਿਆਰ ਕੀਤਾ ਰੇਡੀਓ ਤੋਂ, ਯਾਨੀ ਕਿ ਕਈ ਵਾਰੀ ਨਾ ਇਨਸਾਨ ਦੀ ਇੱਕ ਚੀਜ਼ ਹੁੰਦੀ ਹੈ ਜਿਹੜੀ ਕਿ ਤੁਹਾਡੀ ਪਹਿਚਾਣ ਬਣ ਜਾਂਦੀ ਹੈ। ਔਰ ਇਸ ਕਰਕੇ ਜਿਵੇਂ ਹੁਣ ਮੈਂ ਰੇਡੀਓ ਤੇ ਮੈਂ ਸ਼ੋਅ ਕਰਿਆ ਕਰਦਾ ਸੀ, ਤਾਂ ਉੱਥੇ ਮੈਂ ਇੱਕ ਦਿਨ ਮੈਂ ਸ਼ੋਅ ਕਰਦੇ ਕਰਦੇ ਮੇਰੇ ਜ਼ੁਬਾਨ ਚੋਂ ਨਿਕਲ ਗਿਆ, ਕਿਉਂਕਿ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕਰਿਆ ਕਰਦਾ ਸੀ ਨਾ, ਲੋਕ ਬਹੁਤ ਵੈਸੇ ਪਿਆਰ ਕਰਦੇ ਸੀ, ਬਹੁਤ ਪਸੰਦ ਕਰਦੇ ਸੀਗੇ ਜੋ ਉਹਦੀ ਸ਼ੁਰੂਆਤ, ਕਿਉਂਕਿ ਉਹ ਫਿਰ ਚਿੱਠੀਆਂ ਲਿਖ ਕੇ ਮੈਨੂੰ ਭੇਜਿਆ ਕਰਦੇ ਸੀ, ਕਹਿੰਦੇ ਭਾਜੀ ਤੁਸੀਂ ਸਾਡੇ ਵਾਸਤੇ ਇਹ ਜ਼ਰੂਰ ਕਹੋ। ਕਿਉਂਕਿ ਮੈਂ ਇਸ ਤਰ੍ਹਾਂ ਸ਼ੁਰੂ ਕਰਦਾ, ਤੁਹਾਨੂੰ ਮੈਂ ਥੋੜਾ ਜਿਹਾ ਸੈਂਪਲ ਤੁਹਾਨੂੰ ਮੈਂ ਦੇਣ ਲੱਗਿਆ ਕਿ ਜਿਵੇਂ ਜ਼ਮੀਨ ਕੰਬਦੀ ਹੈ, ਅਸਮਾਨ ਥਰ-ਥਰ ਆਉਂਦਾ ਹੈ, ਢੋਲ ਵੱਜੇ ਤਾਂ ਯਾਦ ਪੰਜਾਬ ਆਉਂਦਾ ਹੈ, ਮਿਲਦਾ ਪਿਆਰ ਫਿਆਦ ਸੋਹਣਿਆ ਸੱਜਣਾ ਤੋਂ, ਕਹਿੰਦੇ ਰੌਣਕਾਂ ਸ਼ਹਿਰੀ ਜਗਤਾਰ ਲਾਉਂਦਾ ਹੈ। ਮੈਂ ਕਿਹਾ ਸੋਹਣਿਓ ਮੱਖਣੋਂ ਮਲਾਈ ਦੇ ਡੂਨੇ ਤੋਂ ਖੋਜਦੇ ਫੇੜਿਓ, ਅੱਜ ਫੇਰ ਮੈਨੂੰ ਚਿੜਿਆ ਲੱਗੇ ਤਾਂ ਬਹੁਤ ਪਿਆਰ ਮੁਹੱਬਤਾਂ ਦੇ ਨਾਲ ਚਿੜਿਓ, ਤੁਹਾਡੀ ਸੇਵਾ ਚ ਹਾਜ਼ਰ ਹੈ ਜਗਤਾਰ ਸਿੰਘ ਸ਼ਹਿਰੀ, ਨਾ ਕੋਈ ਦੁਸ਼ਮਣ ਤੇ ਨਾ ਕੋਈ ਵੈਰੀ। ਔਰ ਇਹ ਮੇਰੀ ਉਹਨਾਂ ਨੇ ਪਹਿਚਾਣ वाह, ਬਣਾਤੀ, ਨਾ ਕੋਈ ਦੁਸ਼ਮਣ ਤੇ ਨਾ ਕੋਈ ਵੈਰੀ। ਔਰ ਇਸ ਕਰਕੇ ਮੈਨੂੰ ਇਸੇ ਨਾਮ ਦੇ ਨਾਲ जबरदस्त। ਜ਼ਿਆਦਾਤਰ ਜਾਣਦੇ ਨੇ। ਹਾਂਜੀ, ਔਰ ਇਸੇ ਨਾਮ ਦੇ ਨਾਲ ਹੀ ਮੇਰੀ ਪਹਿਚਾਣ ਬਣੀ। ਔਰ ਹਾਂ, ਇਸ ਤੋਂ ਤੁਸੀਂ ਪੁੱਛਿਆ ਸੀ ਕਿ ਯਾਨੀ ਕਿ ਤੁਹਾਡਾ ਫੇਵਰਟ ਕੌਣ ਹੈ। ਫੇਵਰਟ ਅਸਲ ਦੇ ਵਿੱਚ ਜਿੰਨੇ ਵੀ ਸਿੰਗਰ ਨੇ ਵੈਸੇ ਸਾਰੇ ਹੀ ਅੱਛੇ ਲੱਗਦੇ ਨੇ, ਜਿਹੜਾ ਵੀ ਸਿੰਗਰ ਅੱਛਾ ਗਾਉਂਦਾ ਹੈ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਹਾਨੂੰ ਪਤਾ ਕਿ ਆਪਾਂ ਕਈ ਗੀਤ ਐਸੇ ਸੁਣਦੇ ਹਾਂ ਜਿਹੜੇ ਕਿ ਅਸੀਂ ਆਪਣੇ ਮਾਂ-ਬਾਪ ਦੇ ਸਾਹਮਣੇ ਬੈਠ ਕੇ, ਆਪਣੇ ਭੈਣ ਭਰਾਵਾਂ ਦੇ ਸਾਹਮਣੇ ਬੈਠ ਕੇ ਸੁਣ ਨਹੀਂ ਸਕਦੇ, ਔਰ ਉਹਨਾਂ ਦੀ ਵੀਡੀਓ ਨਹੀਂ ਦੇਖ ਸਕਦੇ। ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਯਾਨੀ ਕਿ ਅੱਛਾ ਲਿਖਾਂ ਔਰ ਅੱਛਾ ਹੀ ਗਾਵਾਂ ਔਰ ਅੱਛੀ ਵੀਡੀਓ ਬਣਾਵਾਂ, ਤਾਂ ਕਿ ਅਸੀਂ ਇਹ ਜਿਹੜੀਆਂ ਸਭ ਕੁਝ ਆਪਣੇ ਮਾਂ-ਬਾਪ, ਆਪਣੇ ਭੈਣ ਭਰਾਵਾਂ ਦੇ ਸਾਹਮਣੇ ਅਸੀਂ ਬੈਠ ਕੇ ਦੇਖ ਸਕੀਏ, ਸੁਣ ਸਕੀਏ, ਔਰ ਜਿਹਦੇ ਵਿੱਚ ਸਾਨੂੰ ਕੋਈ ਵੀ ਸ਼ਰਮ ਮਹਿਸੂਸ ਨਾ ਹੋਵੇ। ਔਰ ਇਸ ਕਰਕੇ ਮੈਨੂੰ ਸਾਰੇ ਹੀ ਉਹ ਸਿੰਗਰ ਚੰਗੇ ਲੱਗਦੇ ਨੇ ਜਿਹੜੇ ਇਸ ਗੱਲ ਦਾ ਧਿਆਨ ਰੱਖਦੇ ਨੇ। जी सर, बहुत बहुत शुक्रिया। और आपने कहा कि सब प्रोफेशन में एक माँ के लिए तो सारे बच्चे बराबर होते हैं,
लेकिन जी आपको ज्यादा जो है सिंगिंग में मजा आता है, तो और सारे सिंगर आपको ਸਾਰੇ बहुत ਵੈਸੇ पसंद है। ਸਾਰੇ ਪਾਸੇ ਹੀ ਆਉਂਦਾ ਜੀ। ਸੋ ਐਵੇਂ ਮੈਂ ਕਹਿ ਰਿਹਾ, ਸਿੰਗਿੰਗ ਦਾ ਵੀ, ਐਕਟਿੰਗ ਦਾ ਵੀ ਬੜਾ ਮਜ਼ਾ ਆਉਂਦਾ। ਹੁਣ ਮੈਂ ਜਿਹੜੀ ਮੈਂ ਫਿਲਮ ਕੀਤੀ ਸੀ, ਜਦੋਂ ਸਾਨੂੰ ਬੜਾ ਮਜ਼ਾ ਆਇਆ ਜਦੋਂ ਅਸੀਂ ਸ਼ੂਟ ਕੀਤੀ, ਔਰ ਬਹੁਤ ਹੀ ਯਾਨੀ ਕਿ ਦਿਲ ਨਹੀਂ ਕਰਦਾ ਸੀ ਕਿ ਖਤਮ ਹੋ ਜਾਵੇ, ਲੇਕਿਨ ਯਾਨੀ ਕਿ ਬਹੁਤ ਅੱਛਾ ਵੱਖਰੀ ਤਰ੍ਹਾਂ ਦਾ ਐਕਸਪੀਰੀਅੰਸ ਸੀ, ਕਿਉਂਕਿ ਰੇਡੀਓ ਦਾ ਕੁਝ ਹੋਰ ਤਰ੍ਹਾਂ ਦਾ ਤਜਰਬਾ ਸੀ, ਟੀਵੀ ਦਾ ਕੁਝ ਹੋਰ ਤਰ੍ਹਾਂ ਦਾ ਸੀ, ਔਰ ਜਿਹੜਾ ਫਿਲਮ ਦਾ ਹੈ ਇਹ ਬਿਲਕੁਲ ਇਹ ਵੀ ਵੱਖਰੀ ਤਰ੍ਹਾਂ ਦਾ ਐਕਸਪੀਰੀਅੰਸ ਸੀ। ਔਰ ਇਸ ਕਰਕੇ ਜਦੋਂ ਵੱਖਰੇ ਵੱਖਰੇ ਤਜਰਬੇ ਆਪਾਂ ਕਰਦੇ ਹਾਂ ਤਾਂ ਜਿਵੇਂ ਕਹਿ ਲਈਏ ਕਿ ਇਹ ਜ਼ਿੰਦਗੀ ਇੱਕ ਫੁਲਵਾੜੀ, ਹਾਂਜੀ, ਇਹ ਜ਼ਿੰਦਗੀ ਇੱਕ ਫੁਲਵਾੜੀ ਦੀ ਤਰ੍ਹਾਂ, ਔਰ ਇਹਦੇ ਚ ਉਹ ਫੁਲਵਾੜੀ ਤਾਂ ਹੀ ਚੰਗੀ ਲੱਗਦੀ ਜੇਕਰ ਇਹਦੇ ਚ ਵੱਖਰੀ ਵੱਖਰੀ ਤਰ੍ਹਾਂ ਦੇ ਫੁੱਲ ਹੋਣਗੇ, ਹਾਂਜੀ। ਔਰ ਇਹ ਇੱਕੋ ਤਰ੍ਹਾਂ ਦੇ ਫੁੱਲ ਹੋਣਗੇ ਤਾਂ ਉਹਨੂੰ ਆਪਾਂ ਫੁਲਵਾੜੀ ਨਹੀਂ ਕਹਿ ਸਕਦੇ, ਉਹਨੂੰ ਅਸੀਂ ਬਗੀਚਾ ਕਹਿ ਦਿਆਂ, ਹਨਾ। ਔਰ ਆਪਣੀ ਫੁਲਵਾੜੀ ਤਾਂ ਅੱਛੀ ਲੱਗਦੀ ਹੈ ਜੇਕਰ ਉਹ ਚ ਵੱਖਰੀ ਵੱਖਰੀ ਤਰ੍ਹਾਂ ਦੇ ਫੁੱਲ ਹੋਣਗੇ। ਔਰ ਜ਼ਿੰਦਗੀ ਵੀ ਸਾਨੂੰ ਇਸ ਕਰਕੇ ਜਿਹੜੀ ਜ਼ਿੰਦਗੀ ਜ਼ਿਆਦਾ ਤਾਂ ਚੰਗੀ ਲੱਗੇਗੀ, ਔਰ ਜ਼ਿੰਦਗੀ ਦਾ ਸਫ਼ਰ ਤਾਂ ਚੰਗਾ ਲੱਗੇਗਾ ਜੇਕਰ ਜ਼ਿੰਦਗੀ ਦੀ ਫੁਲਵਾੜੀ ਦੇ ਵਿੱਚ ਵੱਖਰੇ ਵੱਖਰੇ ਸਾਡੇ ਸ਼ੌਕ ਹੋਣਗੇ ਤਾਂ। जी सर, बहुत बहुत शुक्रिया, बड़े अच्छी चीजें बताई सर। आपसे बातें करते हुए मजा भी आ रहा है और बहुत सीखने को भी मिल रहा है, बहुत नई चीजों का पता भी चल रहा है। ਸਾਨੂੰ आप हर रोज सीखने माशाल्लाह, को मिल जाए। बिल्कुल। बंडल ऑफ थैंक्स सर। बस हमारे व्यूअर्स को कोई अच्छा सा मैसेज दे दें और कोई सीख दे दें जो आपने सीखी हो, तो फिर हम हमारे शो को वाइंड अप करें। जी सर, जी ओवर मैं, टू यू। और जी मैं ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿ ਮੈਂ ਐਡਾ ਵੱਡਾ ਹਾਲੇ ਤੱਕ ਹੋਇਆ ਨਹੀਂ ਕਿ ਮੈਂ ਕਿਸੇ ਨੂੰ ਮੈਂ ਸਿੱਖਿਆ ਦੇ ਸਕਾਂ, ਕਿਉਂਕਿ ਮੈਂ ਸਿੱਖ ਰਿਹਾ ਫਿਲਹਾਲ। ਔਰ ਫਿਰ ਵੀ ਮੈਂ ਤਾਂ ਸਭ ਤੋਂ ਜੋ ਮੇਰਾ ਆਪਣਾ ਤਜਰਬਾ ਰਿਹਾ, ਔਰ ਮੈਂ ਤੇ ਕਹਾਂਗਾ ਕਿ ਅਸੀਂ ਸਾਰਿਆਂ ਦੇ ਨਾਲ ਪਿਆਰ ਨਾਲ ਗੱਲ ਕਰੀਏ। ਅਸੀਂ ਯਾਨੀ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਆਪਣਾ ਨਿਮਰਤਾ ਰੱਖੀਏ। ਨਿਮਰਤਾ, ਅਸੀਂ जी ਆਪਣੇ बिल्कुल। ਆਪ ਨੂੰ ਯਾਨੀ ਕਿ ਕਦੇ ਵੀ ਇਹ ਨਾ ਸੋਚੀਏ ਕਿ ਅਸੀਂ ਬਹੁਤ ਵੱਡੇ ਬਣ ਗਏ ਜਾਂ ਸਭ ਕੁਝ ਅਸੀਂ ਸਿੱਖ ਲਿਆ। ਔਰ ਹਾਂ, ਜਿਸ ਦਿਨ ਅਸੀਂ ਇਹ ਕਹਿ ਦਿਆਂਗੇ ਨਾ ਅਸੀਂ ਸਭ ਕੁਝ ਸਿੱਖ ਲਿਆ ਜੀ, ਸਾਨੂੰ ਸਭ ਕੁਝ ਆ ਗਿਆ, ਉਸ ਦਿਨ ਸਾਡੀ ਜ਼ਿੰਦਗੀ ਖਤਮ ਹੋ ਜਾਂਦੀ। ਔਰ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਾਰੀ ਜ਼ਿੰਦਗੀ ਜਿਹੜੀ ਹੈ ਆਪਣੇ ਸਿੱਖਦੇ ਹੋਏ ਗੁਜ਼ਾਰੀਏ, ਔਰ ਪਿਆਰ ਦੇ ਨਾਲ ਗੁਜ਼ਾਰੀਏ। ਔਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੀ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਖੂਹ 'ਚ ਆਵਾਜ਼ ਮਾਰਾਂਗੇ ਉਸ ਤਰ੍ਹਾਂ ਦੀ ਵਾਪਿਸ ਆਏਗੀ। ਔਰ ਇਸੇ ਤਰ੍ਹਾਂ ਹੀ ਜੇਕਰ ਆਪਾਂ ਪਿਆਰ ਦਿਆਂਗੇ ਔਰ ਪਿਆਰ ਹੀ ਸਾਨੂੰ ਵਾਪਿਸ ਆਏਗਾ, ਕਿਉਂਕਿ ਪਿਆਰ ਦੇਣ ਵਾਸਤੇ ਕੋਈ ਮੁੱਲ ਨਹੀਂ ਲੱਗਦਾ। ਔਰ ਇਸ ਕਰਕੇ ਜਿਹੜਾ ਇਹ ਜ਼ੁਬਾਨ ਦਾ ਖੱਟਿਆ ਇਨਸਾਨ ਖਾਂਦਾ ਹੈ। ਇਹ ਦੁਨੀਆ ਦੇ ਵਿੱਚ ਦੇਖੋ ਕਿ ਇਹ ਜ਼ੁਬਾਨ ਐਸੀ ਚੀਜ਼ ਹੈ ਜਿਹੜੀ ਸਾਨੂੰ ਅਰਸ਼ ਤੋਂ ਯਾਨੀ ਕਿ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਂਦੀ ਹੈ, ਔਰ ਅਰਸ਼ ਤੋਂ ਫਰਸ਼ ਤੱਕ ਵੀ ਲੈ ਆਉਂਦੀ ਹੈ। ਔਰ ਇਹ ਸਭ ਜ਼ੁਬਾਨ ਦਾ ਜ਼ਰੀਆ, ਜ਼ੁਬਾਨ ਦਾ ਹੀ ਕਮਾਲ ਹੈ। ਔਰ ਇਸ ਕਰਕੇ ਸਾਨੂੰ ਹਮੇਸ਼ਾ ਕੋਸ਼ਿਸ਼ ਅਸੀਂ ਇਹ ਕਰੀਏ ਕਿ ਕੋਈ ਵੀ ਲਫ਼ਜ਼ ਅਸੀਂ ਆਪਣੀ ਜ਼ੁਬਾਨ ਤੋਂ ਕੱਢਣ ਤੋਂ ਪਹਿਲਾਂ ਅਸੀਂ ਸੋਚ ਲਈਏ ਕਿ ਇਹ ਜੋ ਆਪਾਂ ਲਫ਼ਜ਼ ਕੱਢ ਰਹੇ ਹਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਦੇਣ ਵਾਲੇ ਤਾਂ ਨਹੀਂ, ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣ ਵਾਲੇ ਤਾਂ ਨਹੀਂ। ਕਿਉਂਕਿ ਇੱਕ ਵਾਰੀ ਜਿਹੜੇ ਲਫ਼ਜ਼ ਨੇ, ਜਦੋਂ ਆਪਾਂ ਜਿੰਨੀ ਦੇਰ ਤੱਕ ਸਾਡੇ ਦਿਲ ਦੇ ਅੰਦਰ ਨੇ ਉਨੀ ਦੇਰ ਤੱਕ ਲਫ਼ਜ਼ ਸਾਡੇ ਗੁਲਾਮ ਨੇ। ਔਰ ਇੱਕ ਵਾਰੀ ਅਸੀਂ ਲਫ਼ਜ਼ ਆਪਣੀ ਜ਼ੁਬਾਨ ਦੇ ਵਿੱਚੋਂ ਕੱਢ ਦਿੱਤੇ ਨਾ, ਫਿਰ ਅਸੀਂ ਲਫ਼ਜ਼ਾਂ ਦੇ ਗੁਲਾਮ ਹੋ ਜਾਂਦੇ ਹਾਂ। ਇਸ ਕਰਕੇ ਅਸੀਂ ਹਮੇਸ਼ਾ ਸੋਚ ਸਮਝ ਕੇ ਇਹ ਕੋਸ਼ਿਸ਼ ਕਰੀਏ ਕਿ ਜੋ ਵੀ ਕਹੀਏ ਅਸੀਂ ਠੀਕ ਯਾਨੀ ਕਿ ਚੰਗਾ ਹੀ ਕਹੀਏ, ਔਰ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ। ਔਰ ਰੱਬ ਸਾਰਿਆਂ ਨੂੰ ਖੁਸ਼ ਰੱਖੇ ਜੀ, ਸਲਾਮਤ ਰੱਖੇ। ਔਰ ਇਹ ਜਿਹੜੀ ਬਿਮਾਰੀ ਫਿਲਹਾਲ ਚੱਲ ਰਹੀ ਹੈ, ਸਾਨੂੰ ਇਸ ਤੋਂ ਛੁਟਕਾਰਾ ਮਿਲੇ। ਮੈਂ ਆਖਿਰ ਵਿੱਚ ਮੈਂ ਇਹੀ ਕਹਾਂਗਾ, ਉਸ ਰੱਬ ਦੇ ਅੱਗੇ ਚਰਨਾਂ ਦੇ ਵਿੱਚ ਅਰਦਾਸ ਕਰਾਂਗਾ ਕਿ ਰੱਬ ਸਾਨੂੰ ਇਸ ਬਿਮਾਰੀ ਤੋਂ ਜਲਦੀ ਜਲਦੀ ਛੁਟਕਾਰਾ ਮਿਲੇ, ਤਾਂ ਕਿ ਅਸੀਂ ਫਿਰ ਤੋਂ ਮੁੜ ਤੋਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਮਿਲ ਸਕੀਏ, ਫਿਰ ਆਪਣੇ ਯਾਰਾਂ ਦੋਸਤਾਂ ਨਾਲ ਇਕੱਠਿਆਂ ਮਿਲ ਕੇ ਬੈਠ ਸਕੀਏ, ਮਹਿਫਲਾਂ ਸਜਾ ਸਕੀਏ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਇੰਨੇ ਕਹਿੰਦੇ ਹੋਏ ਸਾਡੇ ਸਾਰੇ ਦਰਸ਼ਕਾਂ ਤੋਂ ਮੈਂ ਇਜਾਜ਼ਤ ਲਵਾਂਗਾ, ਔਰ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਦਾ ਪਿਆਰ ਹਮੇਸ਼ਾ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ। ਔਰ ਰੱਬ ਸਾਡੇ ਸਾਰੇ ਦਰਸ਼ਕਾਂ ਨੂੰ ਸਲਾਮਤ ਰੱਖੇ, ਤੁਹਾਨੂੰ ਸਲਾਮਤ ਰੱਖੇ। ਔਰ ਆਖਿਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਿਹੜਾ ਤੁਸੀਂ ਇੰਨੇ ਪਿਆਰ ਦੇ ਨਾਲ ਗੁਜ਼ਾਰਿਸ਼ ਕੀਤੀ ਸੀ ਕਿ ਜੀ ਯਾਨੀ ਕਿ ਆਪਾਂ ਇੰਟਰਵਿਊ ਕਰੀਏ। ਔਰ ਰੱਬ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ, ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਅੱਗੇ ਵੱਲ ਵਧਦੇ ਜਾਓ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ सर यू जी, बहुत बहुत सत श्री अकाल जी। जगतार सिंह का सर बहुत बहुत शुक्रिया। आपको हम एक बार फिर से दिल से मशकूर है, तहे दिल से शुक्रगुजार है। अभी आपने बड़ी अच्छी बात बहुत बताई कि ज़बान है। सर, मेरी ज़बान जो सिंधी है, तो जो जो ना ज़बान आपको खट पे भी बिठा सकती और अर्श से फर्श तक ले जा सकती है।
जो बिल्कुल बिल्कुल असां सिंधी में कहते हैं कि ज़बान तव्हांखे खट ते विहारे या पट ते विहारे। तो तब बिल्कुल जी बिल्कुल। बड़ा अच्छा और मिसाल दिया आपने सर। हाँ जी, और जी देखिए जी। मैं मुझे ना एक वो भी शेयर मैं हमेशा कहा करता हूँ अक्सर, क्योंकि हम ना ये भूल जाते हैं कि ये अगर वो जो रब है ना, वो सब कुछ हमें देता है, वो सब कुछ हमें देता है, और उसने इतना कुछ दिया है, बेहद दिया है, और जिंदगी बहुत खूबसूरत उसने हमारे लिए बनाई है। लेकिन हम लोग जो कई दफा क्या करते हैं कि भूल जाते हैं उसको, उसका शुक्राना नहीं करते। और लेकिन ये भूल जाते हैं कि जो देता है ना, वो किसी दिन ले भी सकता है, जो देने वाला ले भी सकता है, और लेने वाला दे भी सकता है। और वो ये हम भूल जाते हैं। और इस पर मुझे शेर है एक, मैं मुझे याद आ रहा है कि इंसान इंसान को क्या देता है, इंसान इंसान को क्या देता है, इंसान तो एक बहाना है, खुदा देता है। जब देता है तो ढेरों के ढेर देता है, जब देता है तो ढेरों के ढेर देता है, लेकिन जब लेता है तो चमड़ी उधेड़ लेता है। ये ऐसे बोले जाने। हाँ जी। और इस करके बिल्कुल मैं तो सर। यही ਅਰਦਾਸ ਕਰਾਂਗਾ ਉਸ परमात्मा ਦੇ ਚਰਨਾਂ ਵਿੱਚ, ਰੱਬ ਦੇ ਚਰਨਾਂ ਵਿੱਚ, ਵਾਹਿਗੁਰੂ ਦੇ ਚਰਨਾਂ 'ਚ, ਕਿ ਰੱਬ ਸਾਰਿਆਂ ਨੂੰ ਖੁਸ਼ ਰੱਖੇ, ਸਲਾਮਤ ਰੱਖੇ, और आपस ਵਿੱਚ प्यार बना के रखे। सत श्री अकाल जी। जी सर, बहुत बहुत शुक्रिया। नाजरीन बहुत बहुत शुक्रिया सर, बहुत बहुत शुक्रिया। आपको भी जो है आपकी आने वाले फिल्में और आने वाले प्रोजेक्ट भगवान करे, वाहिगुरु करे, सब कामयाब हों, सब बहुत अच्छे हिट्स हों। आपके आने वाले सारे एल्बम, सारे प्रोजेक्ट्स, हम यही अरदास कर सकते हैं, यही दुआ करते हैं। और आपसे बहुत मिलके शुक्रिया। बहुत खुशी हुई। मैं एक बात दिल से कहना चाहता हूँ, यू आर वन ऑफ द हम्बल पर्सन आई हैव एवर। तो थैंक यू बहुत सो शुक्रिया मच जी, ये फॉर तो बीइंग प्यार सो करने हम्बल, वाले फॉर बीइंग सो ਤੁਹਾਡਾ काइंड बहुत एंड शुक्रिया। सो ग्रेट पर्सन। थैंक यू सो मच। रब ਤੁਹਾਨੂੰ सलामत रखे। ओके सर, अल्लाह हाफिज, सत श्री अकाल। बाय थैंक बाय। यू। हिसाब से चलो। जी जी, ओके सर। हो गया जी। इंटरनेट का इशू है तो शायद थोड़ा इस हिसाब से प्रॉब्लम हो।